ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੈਲਕਮ ਟੂ ਸੰਗਤ ਹੈਲਥ। ਆ ਹੈਗਾ ਸੰਗਤ ਦਾ ਹੈਲਥ ਪ੍ਰੋਗਰਾਮ, ਸੰਗਤ ਦੇ ਵਾਸਤੇ ਸੰਗਤ ਨੇ ਬਣਾਇਆ ਹੈਗਾ। ਮੇਰਾ ਨਾਮ ਹੈਗਾ ਪਰਮਿੰਦਰ ਕੌਰ ਭੋਪਾਲ ਤੇ ਮੇਰੇ ਨਾਲ ਅੱਜ ਬੈਠੀ ਹੈਗੀ ਆ ਪ੍ਰਦੀਪ ਕੌਰ ਸੰਧੂ। ਉਹ ਹੈਗੀ ਆ GP ਨਾਲੇ ਟਿਊਟਰ ਨਾਲੇ ਲੈਕਚਰਰ। ਲੋਕਲ GP ਹੈਗੀ ਆ ਸਰਜਰੀ ਵਾਸਤੇ। ਤਾਂ ਅੱਜ ਦਾ ਪ੍ਰੋਗਰਾਮ ਅਸੀਂ ਕਰਨਾ ਹੈਗਾ ਆ ਡਾਇਬੀਟੀਜ਼ ਤੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਅੱਜ ਦਾ ਪ੍ਰੋਗਰਾਮ ਅਸੀਂ ਹੈ ਨਾ ਡਾਇਬੀਟੀਜ਼ ਦੇ ਵਾਸਤੇ ਕਰਨਾ ਹੈਗਾ ਆ। ਤਾਂ ਇਹ ਜੋ ਹੈਗੀ ਬਿਮਾਰੀ ਹੈ ਨਾ ਬਹੁਤ ਨਿਊਜ਼ ਦੇ ਵਿੱਚ ਆ ਰਹੀ ਆ। ਤਾਂ ਕਾਫੀ ਸੰਗਤ ਨੂੰ ਹੈ ਨਾ ਹੋਈ ਹੋਊਗੀ ਘਰ ਵਾਸਤੇ। ਮੇਰੀ ਮੰਮੀ ਨੂੰ ਵੀ ਹੋਈ ਹੈਗੀ ਸੀ ਇਹ ਬਿਮਾਰੀ। ਤਾਂ ਆਪਾਂ ਪਹਿਲਾਂ ਜਦੋਂ ਆਪਾਂ ਇਹ ਡਾਇਬੀਟੀਜ਼ ਦੀ ਗੱਲ ਕਰਦੇ ਹੈ ਇਹ ਕੀ ਬਿਮਾਰੀ ਹੈਗੀ ਆ, ਤਾਂ ਬਾਲਾ ਨਿਊਜ਼ ਦੇ ਵਿੱਚ ਵੀ ਹੈਗਾ ਬਹੁਤ ਕੁਛ ਵੇ ਜਿੱਦਾਂ ਇਹ ਐਪੀਡੈਮਿਕ ਹੈਗਾ ਆ। ਇਹ ਬਿਮਾਰੀ ਬਹੁਤ ਫੈਲੀ ਹੈਗੀ ਆ। ਤਾਂ ਸਿਆਣਿਆਂ ਨੂੰ ਵੀ ਹੋ ਸਕਦੀ ਆ, ਨਿਆਣਿਆਂ ਨੂੰ ਵੀ ਹੋ ਸਕਦੀ ਆ। ਫਿਰ ਇਹ ਤੁਸੀਂ ਸਾਨੂੰ ਦੱਸੋ ਪ੍ਰਦੀਪ ਜੀ, ਭੈਣ ਜੀ, ਕੀ ਹੈਗਾ ਆ ਡਾਇਬੀਟੀਜ਼? ਸੋ ਡਾਇਬੀਟੀਜ਼ ਦਾ ਇਹ ਮਤਲਬ ਹੈਗਾ ਵਾ ਕਿ ਜ਼ਰੂਰਤ ਤੋਂ ਜ਼ਿਆਦਾ ਤੁਹਾਡੀ ਸ਼ੂਗਰ ਵਧੀ ਆ ਤੇ ਤੁਹਾਡੇ ਸਰੀਰ ਦੇ ਵਿੱਚ ਜਿੰਨੀ ਸ਼ੂਗਰ ਤੁਹਾਨੂੰ ਚਾਹੀਦੀ ਆ ਉਹ ਤੋਂ ਜ਼ਿਆਦਾ ਹੈਗੀ ਆ। ਨਾਲੇ ਤੁਹਾਡੇ ਸਰੀਰ ਨੂੰ ਇੰਨਾ ਜਿੰਨਾ ਹੈਗਾ ਵਾ ਉਹਦੀ ਲੋੜ ਨਹੀਂ ਹੈਗੀ। ਇਹ ਹੈਗੀ ਆ ਡਾਇਬੀਟੀਜ਼ ਦਾ ਵੈਰੀ ਸ਼ੋਰਟ ਐਕਸਪਲੇਨੇਸ਼ਨ ਆ। ਨਾਲੇ ਇਹ ਪ੍ਰੋਗਰਾਮ ਬਹੁਤ ਇੰਪੋਰਟੈਂਟ ਆ ਸਾਰਿਆਂ ਨੂੰ ਦੇਖਣ ਵਾਸਤੇ, ਕਿਉਂਕਿ ਇਹ ਸਿਰਫ ਅੱਜ ਕੱਲ੍ਹ ਅਸੀਂ ਸੋਚਦੇ ਹਾਂ ਕਿ ਡਾਇਬੀਟੀਜ਼ ਬਜ਼ੁਰਗਾਂ ਦਾ ਬਿਮਾਰੀ ਆ, ਪਰ ਐਕਚੁਅਲੀ ਡਾਇਬੀਟੀਜ਼ ਅੱਜ ਕੱਲ੍ਹ ਅਸੀਂ ਹੁਣ ਦੇਖਦੇ ਹਾਂ ਜਿਹੜੇ ਨਿਆਣੇ ਹੈਗੇ ਆ ਉਹਨਾਂ ਦਾ ਮੋਟਾਪਾ ਜਿੱਦਾਂ ਅੱਜ ਕੱਲ੍ਹ ਵੱਧ ਗਿਆ। ਜਿੱਦਾਂ ਤੁਸੀਂ ਹੁਣ ਚਾਈਲਡਹੁੱਡ ਓਬੀਸਿਟੀ ਅਸੀਂ ਉਹਨਾਂ ਨੂੰ ਕੋਲ ਕਰਦੇ ਹਾਂ ਅਤੇ ਐਕਚੁਅਲੀ ਅਸੀਂ ਦੇਖਦੇ ਹਾਂ ਕਿ ਟਾਈਪ 2 ਡਾਇਬੀਟੀਜ਼ ਨਿਆਣਿਆਂ 'ਚ ਹੁਣ ਜ਼ਿਆਦਾ ਵਧੀ ਜਾਂਦਾ ਵਾ। ਅਤੇ ਉਸ ਅਸੀਂ ਦੇਖਦੇ ਹਾਂ ਕਿ ਡਾਇਬੀਟੀਜ਼ ਜਦੋਂ ਆਈ ਥਿੰਕ ਮੇਬੀ 20 ਸਾਲ ਪਹਿਲਾਂ ਡਾਇਬੀਟੀਜ਼ ਐਕਚੁਅਲੀ ਲੋਕਾਂ ਨੂੰ 40 ਸਾਲਾਂ 'ਚ ਹੋ ਜਾਂਦਾ ਸੀਗਾ ਜਾਂ 50 60 'ਚ। ਹੁਣ ਅਸੀਂ ਦੇਖਦੇ ਹਾਂ ਲੋਕੀ 30 ਸਾਲਾਂ 'ਚ ਜਾਂ 20 ਸਾਲਾਂ 'ਚ ਉਹਨਾਂ ਨੂੰ ਡਾਇਬੀਟੀਜ਼ ਹੋਈ ਜਾਂਦੀ ਆ। ਸੋ ਇਹ ਅੱਜ ਜਿੱਦਾਂ ਸ਼ੋਅ ਬਹੁਤ ਇੰਪੋਰਟੈਂਟ ਆ ਸਾਰਿਆਂ ਨੂੰ ਦੇਖਣ ਵਾਸਤੇ, ਕਿਉਂਕਿ ਇਹ ਤੁਹਾਡੀ ਲਾਈਫ ਨੂੰ ਬਚਾ ਸਕਦਾ, ਤੁਹਾਡੇ ਨਿਆਣਿਆਂ ਦੀ ਲਾਈਫ ਨੂੰ ਵੀ ਬਚਾ ਸਕਦਾ। ਤਾਂ ਇਹ ਸਾਰਿਆਂ ਨੂੰ ਹੋ ਸਕਦਾ ਹੈ ਨਾ, ਜਿੱਦਾਂ ਆਪਾਂ ਕਹਿੰਦੇ ਪਹਿਲਾਂ ਬਜ਼ੁਰਗਾਂ ਨੂੰ ਵੀ ਹੋ ਸਕਦਾ ਆ, ਜਿਹੜਾ ਯੰਗ ਨਿਆਣਿਆਂ ਨੂੰ ਵੀ ਹੋ ਸਕਦਾ ਆ। ਤਾਂ ਇਹ ਜਦੋਂ ਆਪਾਂ ਕਹਿੰਦੇ ਹੁੰਦੇ ਆ ਵੀ ਡਿਫਰੈਂਟ ਡਾਇਬੀਟੀਜ਼ ਕਈ ਤਰ੍ਹਾਂ ਦੀ ਹੁੰਦੀ ਆ। ਜਿੱਦਾਂ ਹੁਣ ਮੇਰੀ ਮੰਮੀ ਨੂੰ ਹੋਈ ਸੀ ਉਹ ਜਿਹੜਾ ਹੁੰਦਾ ਕਿ ਉਹ ਕਹਿੰਦਾ ਟਾਈਪ 2 ਹੁੰਦਾ ਆ। ਹਾਂਜੀ, ਟਾਈਪ 2 ਡਾਇਬੀਟੀਜ਼। ਸੋ ਬੇਸਿਕਲੀ ਇਹਦਾ ਐਕਸਪਲੇਨੇਸ਼ਨ ਮੈਂ ਤੁਹਾਨੂੰ ਦੇਵਾਂਗੀ ਟਾਈਪ 2 ਡਾਇਬੀਟੀਜ਼ ਦਾ, ਕਿ ਜਦੋਂ ਤੁਸੀਂ ਖੁਦ ਕੁਛ ਖਾਂਦੇ ਆ ਨਾ, ਅਸੀਂ ਸੋਚਦੇ ਹਾਂ ਕਿ ਮੈਨੂੰ ਲੋਕੀ ਕਹਿੰਦੇ ਆ ਪੁੱਤ ਮੈਂ ਲੱਡੂ ਨਹੀਂ ਖਾਂਦਾ ਜਾਂ ਮੈਂ ਜਿੱਦਾਂ ਕੇਕ ਨਹੀਂ ਖਾਂਦਾ ਫਿਰ ਵੀ ਮੈਨੂੰ ਡਾਇਬੀਟੀਜ਼ ਆ। ਪਰ ਫਿਰ ਜੇ ਤੁਸੀਂ ਉਹਨਾਂ ਦੀ ਖੁਰਾਕ ਬਾਰੇ ਮੈਂ ਪੁੱਛੋਗੇ ਉਹਨਾਂ ਨੇ ਤੁਹਾਨੂੰ ਕਹਿਣਾ ਕਿ ਉਹ ਚੇਬੜਾ ਜ਼ਿਆਦਾ ਖਾ ਲੈਂਦੇ ਆ ਮੈਨੂੰ ਵੀ ਸਵਾਦ ਲੱਗਦੀ ਆ, ਪਰ ਜਿੰਦਾ ਸਾਬ ਦੇ ਨਾਲ ਹਮੇਸ਼ਾ ਖਾਣੀ ਚਾਹੀਦੀ ਹੈ। ਜਿੰਦਾ ਸਮੋਸੇ, ਜਿੰਦਾ ਕਈ ਲੋਕੀ ਹਰ ਹਫਤੇ ਪਰੌਂਠੇ ਜਾਂ ਆਲੂ ਛੋਲੇ ਖਾ ਲੈਂਦੇ ਆ, ਜਿੰਨਾ ਛੋਲੇ ਤੇ ਭਟੂਰੇ ਖਾ ਲੈਂਦੇ ਆ, ਪਰ ਜਿੰਦਾ ਸਾਬ ਦੇ ਨਾਲ ਖਾਣਾ ਚਾਹੀਦਾ। ਸੋ ਬੇਸਿਕਲੀ ਅਸੀਂ ਸਿਰਫ ਮਿੱਠੀਆਂ ਚੀਜ਼ਾਂ ਨਹੀਂ ਹੈਗੀਆਂ ਜਿਹੜੀਆਂ ਅਸੀਂ ਇੱਦਾਂ ਦੀਆਂ ਤਲੀਆਂ ਪਰ ਈਵਨ ਜਿੱਦਾਂ ਰੋਟੀ ਚੌਲ ਜਿਹੜੇ ਹੈਗੇ ਆ, ਜਦੋਂ ਤੁਸੀਂ ਇੱਦਾਂ ਦੇ ਚੀਜ਼ਾਂ ਪਾਸਤਾ ਪੀਜ਼ਾ ਜਦੋਂ ਤੁਸੀਂ ਇਹਨਾਂ ਨੂੰ ਖਾਂਦੇ ਆ ਨਾ, ਜਦੋਂ ਸਰੀਰ ਦੇ ਅੰਦਰ ਚਲ ਜਾਂਦਾ ਵਾ ਉਹ ਫਿਰ ਸ਼ੂਗਰ ਦੇ ਵਿੱਚ ਬਣ ਜਾਂਦਾ ਵਾ, ਉਹ ਟੁੱਟ ਕੇ ਸ਼ੂਗਰ ਬਣ ਜਾਂਦੀ ਆ। ਸੋ ਉਹ ਸ਼ੂਗਰ ਤੁਹਾਡੀ ਫਿਰ ਸਰੀਰ ਦੇ ਵਿੱਚ ਉੱਪਰ ਕਰਦਾ ਵਾ ਕਰਕੇ ਆਪਾਂ ਇੱਦਾਂ ਸੋਚਦੇ ਹੁੰਦੇ ਜੇ ਬਾਹਲਾ ਜ਼ਿਆਦਾ ਖਾ ਲਈਏ ਜਾਂ ਹਰ ਵੇਲੇ ਤਲੀ ਚੀਜ਼ ਖਾਣੀ ਜਾਂ ਮਿੱਠੀ ਚੀਜ਼ ਖਾਣੀ ਤਾਂ ਬੰਦੇ ਦਾ ਭਾਰ ਵੱਧ ਜਾਂਦਾ। ਪਰ ਹੋਰ ਚੀਜ਼ ਇਹ ਵੀ ਹੈਗੀ ਆ ਵੀ ਉਹ ਸ਼ੂਗਰ ਵੱਧ ਕੇ ਕੀ ਉਹਨਾਂ ਬਿਮਾਰੀ ਹੁੰਦੀ ਹੈ। ਮੀਨਿੰਗ ਜਿੰਨਾ ਰੋਟੀਆਂ ਵੀ ਅਸੀਂ ਖਾਂਦੇ ਹਾਂ, ਚੌਲਾਂ 'ਚ ਵੀ ਖਾਂਦੇ ਹਾਂ, ਸਿਰਫ ਤਲੀਆਂ ਚੀਜ਼ਾਂ ਨਹੀਂ ਹੈਗੀਆਂ ਜੋ ਅਸੀਂ ਡੇ ਟੂ ਡੇ ਵੀ ਚੀਜ਼ਾਂ ਖਾਂਦੇ ਹਾਂ। ਜਿੱਦਾਂ ਮੈਂ ਐਕਚੁਅਲੀ ਇੱਕ ਆਰਮੀ ਬੇਸ 'ਚ ਮੈਂ GP ਸੀਗੀ ਅਤੇ ਉੱਥੇ ਮੇਰੇ ਨੇਪਾਲੀ ਪੇਸ਼ੈਂਟ ਕਾਫੀ ਸੀਗੇ। ਅਤੇ ਤੁਹਾਨੂੰ ਪਤਾ ਕਿ ਨੇਪਾਲੀ ਜਿਹੜੇ ਆਰਮੀ ਦੇ ਵਿੱਚ ਸਾਡੇ ਇੰਗਲੈਂਡ ਦੇ ਵਿੱਚ ਵੀ ਬਹੁਤ ਹੈਗੇ ਆ, ਉਹਨਾਂ ਨੂੰ ਡਾਇਬੀਟੀਜ਼ ਹੁੰਦੇ ਸੀ ਨਾ। ਉਹ ਹਮੇਸ਼ਾ ਕਹਿੰਦੇ ਸੀ ਮੈਨੂੰ ਪਰ ਮੈਂ ਸ਼ੂਗਰ ਤਾਂ ਖਾਂਦਾ ਨਹੀਂ ਹੈਗਾ, ਪਰ ਉਹ ਚੌਲ ਬਹੁਤ ਖਾਂਦੇ ਆ। ਸੋ ਸਾਡੇ ਇੰਡੀਅਨ ਵੀ ਸੇਮ ਆ, ਮੇਨ ਡਾਇਟ। ਸੋ ਇੰਡੀਅਨਸ ਵੀ ਦੇਖਦੇ ਜਦੋਂ
ਜਦੋਂ ਚੌਲ ਜਿੰਨਾ ਜਾਂ ਰੋਟੀ ਜ਼ਿਆਦਾ ਖਾ ਹੁੰਦੀ ਆ ਸ਼ੂਗਰ ਵੱਧ ਜਾਂਦਾ ਵਾ। ਸੋ ਜਦੋਂ ਸ਼ੂਗਰ ਜਿੰਨਾ ਟੁੱਟ ਜਾਂਦੀ ਆ ਨਾ ਬੋਡੀ ਦੇ ਵਿੱਚ ਇੱਕ ਕੈਮੀਕਲ ਹੁੰਦੀ ਆ ਬੋਡੀ ਦੇ ਵਿੱਚ, ਉਹਦਾ ਨਾਂ ਹੈਗਾ ਇਨਸੂਲਿਨ। ਤੇ ਮੈਂ ਉਹਦਾ ਕੰਪੈਰੀਜ਼ਨ ਕਰਦੀ ਆ ਕਿ ਉਹ ਤੁਹਾਡੇ ਸਰੀਰ ਦਾ ਬਾਵਰਚੀ ਆ, ਉਹ ਤੁਹਾਡੇ ਸਰੀਰ ਦਾ ਸ਼ੈਫ ਆ। ਤੇ ਜਦੋਂ ਸ਼ੂਗਰ ਟੁੱਟ ਜਾਂਦੀ ਆ ਸਰੀਰ ਦੇ ਵਿੱਚ, ਤੁਸੀਂ ਖਾਂਦੇ ਆ ਢਿੱਡ ਦੇ ਵਿੱਚ ਸ਼ੂਗਰ ਆ ਗਈ ਆ, ਉਹ ਜਿਹੜਾ ਬਾਵਰਚੀ ਆ ਨਾ ਉਹ ਕਹਿੰਦਾ ਵਾ ਕਿ ਅਸੀਂ ਸ਼ੂਗਰ ਕਿਸ ਪਾਸੇ ਸਰੀਰ ਦੇ ਵਿੱਚ ਲੈ ਕੇ ਚੱਲੀਏ। ਬਾਵਰਚੀ ਸੋਚਦਾ ਕਿ ਅਸੀਂ ਥੋੜਾ ਕੇਕ ਬਣਾਉਂਦੇ ਆ, ਕੇਕ ਥੋੜਾ ਬ੍ਰੇਨ ਹੁੰਦਾ ਵਾ, ਉੱਥੇ ਕਾਫੀ ਸ਼ੂਗਰ ਜਾਂਦਾ ਕਿਉਂਕਿ ਐਨਰਜੀ ਦੀ ਲੋਡ ਆ ਉੱਥੇ। ਐਕਚੁਅਲੀ 20% ਐਨਰਜੀ ਦੀ ਲੋਡ ਹੈਗੀ ਆ ਬ੍ਰੇਨ ਨੂੰ, ਸਭ ਤੋਂ ਜ਼ਿਆਦਾ ਐਨਰਜੀ ਤੁਹਾਡੀ ਦਿਮਾਗ ਦੀ ਲੋਡ ਹੈਗੀ ਆ। ਫਿਰ ਉਹ ਬਾਵਰਚੀ ਕਹਿੰਦਾ ਕਿਤੇ ਹੋਰ ਅਸੀਂ ਲੈ ਕੇ ਚੱਲੀਏ, ਫਿਰ ਤੁਹਾਡੇ ਦਿਲ ਨੂੰ, ਅੱਖਾਂ ਨੂੰ, ਪੂਰੇ ਸਰੀਰ ਨੂੰ, ਮਸਲ ਨੂੰ, ਲਿਵਰ ਨੂੰ। ਨਾਲੇ ਫਿਰ ਜਦੋਂ ਕਪੈਸਿਟੀ ਵਧੀ ਜਾਂਦੀ ਆ ਥੋੜੇ ਇਹ ਸਿਸਟਮ ਨਾ ਰੋਕ ਨਹੀਂ ਪਾ ਸਕਦੇ, ਉਹਨਾਂ ਨੇ ਫਿਰ ਸ਼ੂਗਰ ਲਈ ਜਾਣੀ ਆ। ਨਾਲੇ ਜਦੋਂ ਉਹਨਾਂ ਦੀ ਮੈਕਸਿਮਮ ਕਪੈਸਿਟੀ ਫਿਨਿਸ਼ ਹੋ ਗਈ ਆ ਨਾ, ਸਿੱਧੇ ਤੁਹਾਡੇ ਢਿੱਡ ਨੂੰ ਜਾਊਗਾ। ਨਾਲੇ ਤਾਂ ਹੀ ਮੈਨੂੰ ਡਾਇਬੀਟੀਜ਼ ਪੇਸ਼ੈਂਟ ਮੈਨੂੰ ਕਹਿੰਦੇ ਆ ਕਿ ਪੁੱਤ ਮੈਨੂੰ ਫੈਟ ਵਧੀ ਜਾਂਦੀ ਆ, ਪਰ ਸਿੱਧਾ ਤੁਹਾਡੇ ਢਿੱਡ ਨੂੰ ਜਾਈ ਜਾਂਦਾ ਵਾ। ਨਾਲੇ ਉੱਦਾਂ ਦਾ ਫੈਟ ਤੁਹਾਡੇ ਦਿਲ ਨੂੰ ਬਹੁਤ ਹੀ ਮਾੜੀ ਫੈਟ ਵਾ, ਤਾਂ ਫਿਰ ਢਿੱਡ ਤੇ ਚੱਲ ਜਾਂਦਾ ਤਾਂ organs ਦੇ ਨਾਲ ਵੀ ਐਗਜ਼ੈਕਟਲੀ ਸਾਰਾ ਕੁਝ ਜਿਹੜਾ ਫੈਟ ਵਾ ਸਿਰਫ ਢਿੱਡ ਦਾ ਨਹੀਂ ਆ, ਲਾਈਕ ਯੂ ਜਸਟ ਸੈਡ ਭੈਣ ਜੀ, ਸਾਰੇ ਪਾਸੇ ਚੱਲ ਜਾਂਦਾ ਵਾ। ਸੋ ਇਹ ਬਹੁਤ ਹੀ ਡੇਂਜਰਸ ਗੱਲ ਵਾ। ਤੇ ਟਾਈਪ 2 ਡਾਇਬੀਟੀਜ਼ ਇਹ ਹੁੰਦਾ ਵਾ ਕਿ ਜਦੋਂ ਸ਼ੂਗਰ ਇੰਨੀ ਹੁੰਦੀ ਆ ਬੋਡੀ ਦੇ ਵਿੱਚ ਕਿ ਬਾਵਰਚੀ ਖੁਦ ਵੀ ਕਹਿੰਦਾ ਵਾ ਕਿ ਮੈਂ ਨਾ ਡੀਲ ਨਹੀਂ ਕਰ ਸਕਦਾ, ਇੰਨੇ ਬਾਵਰਚੀ ਨਹੀਂ ਹੈਗੇ ਉੱਥੇ ਰੱਖਣ ਨੂੰ, ਸ਼ੂਗਰ ਉੱਥੇ ਪਾਉਣ ਨੂੰ, ਕਿਉਂਕਿ ਸ਼ੂਗਰ ਇੰਨੀ ਵਧੀ ਆ। ਤੇ ਦੂਜਾ ਵੀ ਰੀਜ਼ਨ ਹੋ ਸਕਦਾ ਟਾਈਪ 2 ਡਾਇਬੀਟੀਜ਼ ਦਾ ਵਿੱਚ ਕਿ ਸ਼ੂਗਰ ਜਿਹੜੀ ਹੈਗੀ ਆ ਉਹ ਬਾਵਰਚੀ ਨੂੰ ਲਿਸਨ ਨਹੀਂ ਕਰਦਾ। ਸੋ ਬਾਵਰਚੀ ਕਹੀ ਜਾਂਦਾ ਵਾ, ਇਨਸੂਲਿਨ ਕਹੀ ਜਾਂਦਾ ਅਸੀਂ ਇੱਥੇ ਜਾਣਾ, ਪਰ ਸ਼ੂਗਰ ਇੰਨੀ ਮਾੜੀ ਹੋਈ ਜਾਂਦੀ ਆ, ਇੰਨਾ ਜ਼ਿਆਦਾ ਵਧੀ ਜਾਂਦਾ ਵਾ ਕਿ ਉਹ ਫਿਰ ਸੋਚਦਾ ਵਾ ਮੈਂ ਹੁਣ ਇਹਦੀ ਗੱਲ ਨਹੀਂ ਸੁਣੀ, ਮੈਂ ਜਿੱਥੇ ਮਰਜ਼ੀ ਜਾਣਾ ਚਾਹੁੰਦਾ ਵਾ ਮੈਂ ਉੱਥੇ ਮੈਂ ਜਾਊਂਗਾ ਉੱਥੇ। ਸਿਰਫ ਆਪਾਂ ਇਹ ਕਹਿੰਦੇ ਆ ਵੀ ਜਿੱਦਾਂ ਰੀਕੈਪ ਵਾਸਤੇ ਸੰਗਤ ਵਾਸਤੇ ਵੀ ਜਿੱਦਾਂ ਜ਼ਿਆਦਾ ਖਾਣਾ, ਜ਼ਿਆਦਾ ਗਲਤ ਚੀਜ਼ਾਂ ਖਾ ਕੇ, ਜ਼ਿਆਦਾ ਮਿੱਠਾ ਖਾ ਕੇ, ਤਲੀ ਚੀਜ਼ ਵੀ ਖਾ ਕੇ, ਉਹ ਜਦੋਂ ਜ਼ਿਆਦਾ ਬੋਡੀ ਤੇ ਪ੍ਰੈਸ਼ਰ ਪੈ ਜਾਂਦਾ, ਜਦੋਂ ਜ਼ਿਆਦਾ ਸ਼ੂਗਰ ਬੋਡੀ ਦੇ ਵਿੱਚ ਚਲ ਜਾਂਦੀ ਆ ਤਾਂ ਬੋਡੀ ਕੋਪ ਨਹੀਂ ਕਰ ਸਕਦੀ। ਐਗਜ਼ੈਕਟਲੀ ਹਾਂਜੀ। ਤਾਂ ਪਰ ਹੋਰ ਤਰ੍ਹਾਂ ਦੇ ਵੀ ਹੁਣ ਆਪਾਂ ਆ ਟਾਈਪ 2 ਦੀ ਗੱਲ ਕੀਤੀ, ਪਰ ਹੋਰ ਤਰ੍ਹਾਂ ਦੇ ਵੀ ਡਾਇਬੀਟੀਜ਼ ਹੈਗੇ ਹਨ। ਸੋ ਟਾਈਪ 1 ਡਾਇਬੀਟੀਜ਼ ਵੀ ਹੈਗੀ ਆ ਜਿੱਥੇ ਬੇਸਿਕਲੀ ਤੁਹਾਡੀ ਜਿਹੜਾ ਅਸੀਂ ਕੈਮੀਕਲ ਨਹੀਂ ਕਰਦੇ ਸੀ ਇਨਸੂਲਿਨ ਜਿਹੜੀ ਬਾਵਰਚੀ ਆ, ਉਹਦਾ ਟਾਈਪ 1 ਦਾ ਕਾਰਨ ਹੁੰਦਾ ਵਾ ਕਿ ਤੁਹਾਡੀ ਬੋਡੀ ਦੀ ਸਿਸਟਮ ਨੂੰ ਨਾ ਸੋਚਦਾ ਵਾ ਇਹ ਕੈਮੀਕਲ ਐਕਚੁਅਲੀ ਬਾਹਰ ਦੀ ਚੀਜ਼ ਆ। ਜਿੱਦਾਂ ਕੋਈ ਵਾਇਰਸ ਨਹੀਂ ਹੁੰਦੀ, ਸਾਨੂੰ ਠੰਡ ਲੱਗ ਜਾਂਦੀ ਆ, ਫਿਰ ਤੁਹਾਨੂੰ ਬੁਖਾਰ ਚੱਲਦਾ ਵਾ ਕਿਉਂਕਿ ਤੁਹਾਡੀ ਬੋਡੀ ਉਹਨੂੰ ਫਾਈਟ ਕਰਦੀ ਆ, ਇਹਨੂੰ ਬਾਹਰ ਅਸੀਂ ਕੱਢੀਏ ਵਾਇਰਸ ਨੂੰ। ਪਰ ਟਾਈਪ 1 ਡਾਇਬੀਟੀਜ਼ ਦੇ ਵਿੱਚ ਇਹ ਪ੍ਰੋਬਲਮ ਆ ਕਿ ਬੋਡੀ ਖੁਦ ਸੋਚਦੀ ਆ ਕਿ ਇਹ ਕੈਮੀਕਲ ਬਾਹਰ ਦੀ ਚੀਜ਼ ਆ, ਫਿਰ ਉਹਨੂੰ ਜਿੰਨਾ ਮਾਰਨ ਦੀ ਕੋਸ਼ਿਸ਼ ਕਰਦੀ ਆ, ਬਾਵਰਚੀ ਨੂੰ ਮਾਰਨ ਦੀ ਕੋਸ਼ਿਸ਼ ਕਰਦੀ ਆ। ਨਾਲੇ ਇਹ ਐਕਚੁਅਲੀ ਨਿਆਣਿਆਂ ਨੂੰ ਜ਼ਿਆਦਾ ਤੁਸੀਂ ਦੇਖੋਗੇ ਨਿਆਣਿਆਂ ਨੂੰ ਹੁੰਦੀ ਆ, ਇਹ ਪੈਦਾ ਤੇ ਨਿਆਣਿਆਂ ਨੂੰ ਹੋ ਜਾਂਦਾ, ਜਿੰਨਾ ਕਾਫੀ ਯੰਗ ਏਜ ਦੇ ਵਿੱਚ ਪਤਾ ਲੱਗ ਜਾਂਦਾ ਵਾ ਉਹਨਾਂ ਨੂੰ ਕਿ ਟਾਈਪ 1। ਇਨਫੈਕਟ ਮੇਰੀ ਕੱਲ ਦੀ ਇੱਕ ਪੇਸ਼ੈਂਟ ਸੀ 4 ਸਾਲ ਦੀ ਨਿਆਣੀ, ਉਹਨੂੰ ਜਦੋਂ 3 ਸਾਲ ਦੀ ਸੀ ਉਹਨੂੰ ਪਤਾ ਲੱਗ ਗਿਆ ਸੀ ਕਿ ਉਹਨਾਂ ਨੂੰ ਟਾਈਪ 1 ਡਾਇਬੀਟੀਜ਼ ਆ। ਉਹਨੂੰ ਵਿਚਾਰੀ ਨੂੰ ਪੰਪ ਲੱਗਿਆ ਵਾ ਢਿੱਡ ਦੇ ਵਿੱਚ ਕਿ ਉਹਨੂੰ ਹਮੇਸ਼ਾ ਇਨਸੂਲਿਨ ਜਿਹੜਾ ਦਵਾਈ ਹੁੰਦੀ ਆ ਉਹਨੂੰ ਬਾਰ-ਬਾਰ ਮਿਲੀ ਜਾਂਦਾ ਵਾ। ਉਹਦੇ ਇੱਕ ਹੋਰ ਵੀ ਸਿਸਟਮ ਆ ਪਿੱਠ ਦੇ ਵਿੱਚ ਕਿ ਸ਼ੂਗਰ ਲੈਵਲ ਉਹ ਹਮੇਸ਼ਾ ਮੋਨੀਟਰ ਕਰਦੇ ਆ। ਸੋ ਟਾਈਪ 1 ਡਾਇਬੀਟੀਜ਼ ਕਾਫੀ ਸੀਰੀਅਸ ਆ, ਪਰ ਫਿਰ ਵੀ ਲੋਕੀ ਮੈਨੇਜ ਕਰ ਸਕਦੇ ਆ ਡਾਇਟ ਐਕਸਰਸਾਈਜ਼ ਦੇ ਨਾਲ। ਡਾਕਟਰ ਜੀ ਇਹ ਹੈਰੀਡਿਟਰੀ ਗੱਲ ਆ ਕਿ ਜਿੱਦਾਂ ਕੁਝ ਹੋ ਗਿਆ ਸੀ, ਜਿੱਦਾਂ ਮੈਂ ਸੁਣਿਆ ਸੀ ਵੀ ਮੇਰੇ ਕੰਮ ਵਾਲੇ ਤੇ ਇੱਕ ਜਣੇ ਨੂੰ ਹੋਇਆ ਸੀ ਵੀ ਜਿੱਦਾਂ ਉਹਨੂੰ ਬਿਮਾਰ ਹੋ ਗਈ ਸੀਗੀ, ਵਾਇਰਸ ਹੋ ਗਿਆ ਸੀ, ਤਾਂ ਉਹ ਪੈਂਕਰੀਅਸ ਨੂੰ ਜਿੱਦਾਂ ਵਾਇਰਸ ਪਹੁੰਚ ਗਿਆ ਸੀ ਤਾਂ ਉਹ ਸਾਰੀ ਕੈਪੇਬਿਲਿਟੀ ਇਨਸੂਲਿਨ ਬਣਾਉਣ ਵਾਸਤੇ ਜਾਂ ਰੈਗੂਲੇਟ ਕਰਨ ਵਾਸਤੇ ਚਲ ਗਈ ਸੀ। ਤਾਂ ਫਿਰ ਮੇਨਲੀ ਆਈ ਵੁੱਡ ਸੇ ਕਿ ਇਹ ਜਿੰਦਾ ਹੈਰੀਡਿਟਰੀ ਪ੍ਰੋਬਲਮ ਆ ਕਿ ਪ੍ਰੋਬਲਮ ਐਕਚੁਅਲੀ ਸਰੀਰ ਦੇ ਵਿੱਚ ਆਲਰੇਡੀ ਹੁੰਦੀ ਆ। ਇਟ ਕੈਨ ਬੀ ਜੈਨੇਟਿਕ ਵੀ ਹੋ ਸਕਦੀ ਆ, ਪਰ ਜਿੰਦਾ ਲਾਈਕ ਮੋਸਟ ਮੈਡੀਕਲ ਪ੍ਰੋਬਲਮ ਸਾਨੂੰ ਪਤਾ ਨਹੀਂ ਕਿ ਕਿਉਂ ਹੁੰਦੀ ਆ। ਟੂ ਬੀ ਓਨੈਸਟ ਵਿਦ ਯੂ ਟਾਈਪ 1 ਡਾਇਬੀਟੀਜ਼ ਜਸਟ ਹੋ ਜਾਂਦੀ ਆ for the mainstay of people। ਤਾਂ ਇਹ ਯੰਗ ਨੂੰ ਤਾਂ old ਨੂੰ mainly young people। ਤਾਂ ਫਿਰ ਹੁਣ ਆਪਾਂ
ਹੋਰ ਤਰ੍ਹਾਂ ਦੀ ਪ੍ਰੀ ਡਾਇਬੀਟੀਜ਼ ਕੀ ਹੈਗੀ ਆ? ਹਾਂਜੀ, ਸੋ ਆਈ ਮੀਨ ਇਹ ਕੁਐਸਚਨ ਮੈਨੂੰ ਬਹੁਤ ਸੰਗਤ ਪੁੱਛਦੀ ਆ ਕਿ ਪੁੱਤ ਮੈਨੂੰ ਡਾਇਬੀਟੀਜ਼ ਨਹੀਂ ਹੈਗੀ ਪਰ ਮੈਂ ਬੋਰਡਰ ਲਾਈਨ ਆ। ਸੋ ਇਹਦਾ ਮਤਲਬ ਇਹ ਹੈਗਾ ਵਾ, ਮੈਂ ਹਮੇਸ਼ਾ ਕੰਪੈਰੀਜ਼ਨ ਦਿੰਦੀ ਆ ਦਰਵਾਜ਼ੇ ਦੀ। ਸੋ ਤੁਸੀਂ ਜਿੰਨਾ ਤੁਸੀਂ ਆਪਣੇ ਦਰਵਾਜ਼ੇ ਨੂੰ ਹੁਣੀ ਦੇਖੋਗੇ, ਦਰਵਾਜ਼ੇ ਦੇ ਪਿਛਲੇ ਪਾਸੇ ਡਾਇਬੀਟੀਜ਼ ਆ, ਪਰ ਜਿਹਨਾਂ ਨੂੰ ਪ੍ਰੀ ਡਾਇਬੀਟੀਜ਼ ਆ, ਇਹਦਾ ਮਤਲਬ ਇਹ ਆ ਕਿ ਤੁਸੀਂ ਹੁਣ ਡੋਰ ਦੇ ਹੈਂਡਲ ਤੇ ਤੁਹਾਡੇ ਹੱਥ ਆ, ਤੁਸੀਂ ਖੋਲ੍ਹਣ ਲੱਗੇ ਆ ਪਰ ਤੁਸੀਂ ਕਮਰੇ ਦੇ ਬਾਹਰ ਨਹੀਂ ਹਲੇ ਗਏ, ਤੁਸੀਂ ਉਹ ਡੋਰ ਨੂੰ ਪਾਰ ਨਹੀਂ ਹਲੇ ਕੀਤਾ, ਜਿਹਦਾ ਫਿਰ ਤੁਸੀਂ ਇਹਦਾ ਮਤਲਬ ਇਹ ਹੈਗਾ ਕਿ ਤੁਸੀਂ ਕਾਫੀ ਹਾਈ ਰਿਸਕ ਆ ਡਾਇਬੀਟੀਜ਼ ਹੋਣ ਨਹੀਂ, ਪਰ ਤੁਸੀਂ ਹਲੇ ਉੱਥੇ ਪਹੁੰਚੇ ਨਹੀਂ ਹੈਗੇ। ਸੋ ਆਪਾਂ ਫਰਦਰ ਪ੍ਰੋਗਰਾਮ ਦੇ ਵਿੱਚ ਆਪਾਂ ਗੱਲ ਕਰੂੰਗੇ ਵੇ ਇਹ ਕਿੱਦਾਂ ਜੇ ਤੁਸੀਂ ਪ੍ਰੀ ਡਾਇਬੀਟੀਜ਼ ਜਾਂ ਕਿੱਦਾਂ ਆਪਾਂ ਬਚਾ ਸਕਦੇ ਉਹ ਹੋਰ ਸ਼ੋ ਆਪਾਂ ਕਰੂੰਗੇ ਉਸ ਵਾਸਤੇ। ਤਾਂ ਜਿਹੜੇ ਹੁੰਦੇ ਆ ਜਦੋਂ ਜਿੱਦਾਂ ਕਈਆਂ ਨੂੰ ਸੁਣੀਦਾ ਹੁੰਦਾ ਜਦੋਂ ਬੱਚਾ ਹੋਣ ਵਾਸਤੇ ਹੁੰਦਾ ਆ ਤਾਂ ਡਾਇਬੀਟੀਜ਼ ਉਦੋਂ ਹੋ ਜਾਂਦੀ ਆ, ਉਹ ਡਾਇਬੀਟੀਜ਼ ਪ੍ਰੈਗਨੈਂਸੀ ਡਾਇਬੀਟੀਜ਼ ਹੁੰਦੀ ਆ? ਹਾਂਜੀ, ਸੋ ਇਹਦਾ ਮਤਲਬ ਹੁੰਦਾ ਜੈਸਟੇਸ਼ਨਲ ਡਾਇਬੀਟੀਜ਼। ਸੋ ਕਈ ਜਿੱਦਾਂ ਐਕਚੁਅਲੀ ਇੰਡੀਅਨ ਲੇਡੀਜ਼ ਨੂੰ ਸਕਰੀਨਿੰਗ ਮਿਲਦੀ ਆ ਪ੍ਰੈਗਨੈਂਸੀ ਦੇ ਵਿੱਚ ਕਿ ਉਹਨਾਂ ਨੂੰ ਡਾਇਬੀਟੀਜ਼ ਹੈਗੀ ਆ ਕਿ ਨਹੀਂ। ਤੇ ਯੂ ਨੋ ਅਗੇਨ ਤਾਂ ਹੀ ਇਹ ਪ੍ਰੋਗਰਾਮ ਸਿਰਫ ਬਜ਼ੁਰਗਾਂ ਲਈ ਨਹੀਂ ਹੈਗੇ, ਇਟਸ ਫॉर ਅਸ young people as well who are thinking to have a baby, ਕਿਉਂਕਿ obviously ਜੇ ਤੁਹਾਨੂੰ ਡਾਇਬੀਟੀਜ਼ ਹੈਗੀ ਆ ਜਦੋਂ ਪ੍ਰੈਗਨੈਂਸੀ ਦੇ ਵਿੱਚ, ਇਹਦਾ ਇਹ ਨਹੀਂ ਮਤਲਬ ਹੈਗਾ ਕਿ ਤੁਹਾਡਾ ਜਿੰਨਾ ਨਿਆਣਾ ਚੰਗੀ ਤਰ੍ਹਾਂ ਨਹੀਂ ਬੋਰਨ ਹੋ ਸਕਦਾ। ਯੂ ਨੋ ਇਹ ਠੀਕ ਆ, ਉਹ ਨਿਆਣਾ ਠੀਕ ਹੋਊਗਾ ਤੇ ਸੇਫ ਪ੍ਰੈਗਨੈਂਸੀ ਸਾਰੇ ਸੇਫ ਹੁੰਦੀਆਂ ਵਾ, ਪਰ ਇਹ ਜਸਟ ਥੋੜ੍ਹੇ ਰਿਸਕ ਜ਼ਿਆਦਾ ਹੋ ਜਾਂਦੇ ਆ। ਸੋ ਫੋਰ ਐਗਜ਼ਾਮਪਲ ਮਿਸਕੈਰੇਜ ਦਾ ਰਿਸਕ ਥੋੜ੍ਹਾ ਵੱਧਦਾ ਵਾ, ਨਾਲੇ ਜਿੰਨਾ ਜਿਹੜਾ ਨਿਆਣਾ ਹੁੰਦਾ ਵਾ ਉਹ ਜ਼ਿਆਦਾ ਵੱਡਾ ਹੋ ਜਾਂਦਾ ਵਾ। ਸੋ ਜਿਹੜੇ ਨੋਰਮਲ ਡਿਲੀਵਰੀਜ਼ ਹੁੰਦੇ ਆ ਨਾ ਉਹ ਇੰਨੀਆਂ ਨਹੀਂ ਹੁੰਦੀਆਂ ਜਿੰਨੇ ਹੋ ਸਕਦੇ ਆ, ਕਿਉਂਕਿ ਜਿਹੜਾ ਨਿਆਣੇ ਦਾ ਸਿਰ ਉਹ ਜ਼ਿਆਦਾ ਵੱਡਾ ਹੋ ਜਾਂਦਾ ਵਾ। ਸੋ ਸੀ ਸੈਕਸ਼ਨ ਜ਼ਿਆਦਾ ਹੋ ਜਾਂਦੀਆਂ ਵਾ ਪ੍ਰੈਗਨੈਂਸੀ ਦੇ ਵਿੱਚ। ਹਾਂਜੀ, ਐਗਜ਼ੈਕਟਲੀ। ਓਕੇ, ਸੋ ਫਿਰ ਆਪਾਂ ਹੁਣ ਡਾਕਟਰ ਜੀ ਪ੍ਰਦੀਪ ਜੀ ਆਪਾਂ ਗੱਲ ਕੀਤੀ ਸੀ ਵੇ ਆ ਡਿਫਰੈਂਟ ਟਾਈਪਸ ਆਫ ਡਾਇਬੀਟੀਜ਼ ਕੀ ਹੁੰਦੇ ਆ। ਤਾਂ ਆਪਾਂ ਟਾਈਪ 1 ਦੀ ਗੱਲ ਕੀਤੀ, ਟਾਈਪ 2 ਪ੍ਰੀ ਡਾਇਬੀਟੀਜ਼, ਤਾਂ ਜਿਹੜੇ ਹੁੰਦੇ ਜੈਸਟੇਸ਼ਨਲ ਜਦੋਂ ਵੂਮ ਦੇ ਵਿੱਚ ਨਿਆਣਾ ਹੋਣ ਬਾਅਦ ਹੁੰਦਾ ਆ ਤਾਂ ਮਾਂ ਨੂੰ ਡਾਇਬੀਟੀਜ਼ ਹੋ ਜਾਂਦੀ ਹੈ। ਤਾਂ ਹੁਣ ਆਪਾਂ ਕਾਹਤੋਂ ਡਾਕਟਰ ਸਾਰੇ ਇਹ ਗੱਲ ਕਰੀ ਜਾਂਦੇ ਵੇ ਡਾਇਬੀਟੀਜ਼ ਕੀ ਹੈਗੀ ਆ, ਇਹ ਬਿਮਾਰੀ ਕਾਹਤੋਂ ਹੈ, ਰਿਸਕ ਕੀ ਹੈਗੀ ਹੈ ਬੋਡੀ ਨੂੰ। ਤਾਂ ਹੁਣ ਤਾਂ ਆਪਾਂ ਜਦੋਂ ਪਹਿਲਾਂ ਬੈਠੇ ਸੀ ਤੁਸੀਂ ਇਹ ਵੀ ਗੱਲ ਕੀਤੀ ਸੀ ਤੇ 135 ਐਂਪੂਟੇਸ਼ਨਸ ਹੋਏ ਸੀਗੇ, ਤਾਂ ਉਹ ਕਿੱਦਾਂ ਤੁਸੀਂ ਸੰਗਤ ਜੀ ਨੂੰ ਤੁਸੀਂ ਦੱਸੋ? ਅਸੀਂ ਮੈਂ ਨਾ ਸਟ੍ਰੈਸ ਨਹੀਂ ਕਰ ਸਕਦੀ। ਆਈ ਨੋ ਕਿ ਤੁਸੀਂ ਸੋਚਦੇ ਹੁੰਦੇ ਆ ਜਿਹੜਾ ਡਾਕਟਰ ਆ ਉਹ ਯੂ ਨੋ ਕੰਧ 'ਚ ਸਿਰ ਕਿਉਂ ਬਾਰ-ਬਾਰ ਮਾਰਦਾ ਕਿ ਡਾਇਬੀਟੀਜ਼ ਨੂੰ ਕੰਟਰੋਲ ਕਰੋ। ਪਰ ਪਤਾ ਕੀ ਹੈ, ਜਿਹੜੇ ਸਾਡੇ ਪੇਸ਼ੈਂਟ ਆ ਨਾ, ਅਸੀਂ ਜੈਨੂਇਨਲੀ ਕੇਅਰ ਕਰਦੇ ਆ ਉਹਨਾਂ ਦੇ ਹੈਲਥ ਦੇ ਵਿੱਚ, ਤਾਂ ਹੀ ਅਸੀਂ ਡਾਕਟਰ ਬਣੇ ਆ। ਨਹੀਂ ਤਾਂ ਇਹ ਪ੍ਰੋਫੈਸ਼ਨ ਕਰਨ ਦੀ ਲੋੜ ਨਹੀਂ ਹੈਗੀ ਜੇ ਤੁਸੀਂ ਦੂਜੇ ਬੰਦੇ ਦੀ ਕੇਅਰ ਨਾ ਕਰੋ। ਸੋ ਜਿੰਨਾ ਜਿਹੜੇ ਡਾਇਬੈਟਿਕਸ ਹੈਗੇ ਆ, ਅਸੀਂ ਚਾਹੁੰਦੇ ਹਾਂ ਕਿ ਤੁਸੀਂ ਇਸ ਬਹੁਤ ਜਿੰਨਾ ਗੰਭੀਰ ਬਿਮਾਰੀ ਨੂੰ ਹਟਾਓ, ਹੈ ਨਾ। ਤੇ ਇਹ ਹਟਾ ਸਕਦੇ ਆ, 100% ਪ੍ਰੀਵੈਂਟੇਬਲ ਵੀ ਹੈਗੀ ਆ। ਤਾਂ ਆਪਾਂ ਲੈਟਰ ਔਨ ਆਪਾਂ ਸ਼ੋਅ ਦੇ ਵਿੱਚ ਗੱਲ ਕਰੂੰਗੇ ਕਿ ਆਪਾਂ ਰਿਵਰਸ ਵੀ ਕਿੱਦਾਂ ਕਰ ਸਕਦੇ। ਇਹ ਨਹੀਂ ਵੀ ਇੱਕ ਵਾਰੀ ਇਹ ਹੋ ਚੁੱਕੀ ਆ ਬਿਮਾਰੀ, ਪਰ ਤੁਸੀਂ ਸੰਗਤ ਜੀ ਗੌਰ ਕਰਕੇ ਤੁਸੀਂ ਆ ਗੱਲ ਸੁਣਿਓ ਡਾਕਟਰ ਪ੍ਰਦੀਪ ਜੀ ਕੀ ਕਹਿੰਦੇ ਆ। ਜਿੰਦਾ ਮੇਰੇ ਇੱਕ ਪੇਸ਼ੈਂਟ ਸੀਗੀ ਜਿਹੜੇ 4 ਦਵਾਈਆਂ ਡਾਇਬੀਟੀਜ਼ ਦੇ ਸੀਗੇ, 3 ਸੀਗੇ ਬਲੱਡ ਪ੍ਰੈਸ਼ਰ ਦੇ। ਉਹਨੇ 1 ਸਾਲ ਚੰਗੀ ਖੁਰਾਕ ਦੇ ਨਾਲ, ਐਕਸਰਸਾਈਜ਼ ਦੇ ਨਾਲ ਸਾਰੇ ਦਵਾਈਆਂ ਤੇ ਹੁਣ ਉਹ ਆਫ ਵਾ। ਹੁਣ ਉਹ ਇੱਕ ਦਵਾਈ ਵੀ ਨਹੀਂ ਲੈਂਦੀ। ਉਹਨੇ ਇੰਨਾ ਆਪਣਾ ਜਿੰਨਾ ਪ੍ਰੋਗਰੈਸ਼ਨ, ਇੰਨਾ ਚੰਗੀ ਹਾਲਤ ਉਹਨੇ ਆਪਣੇ ਖੁਰਾਕ ਐਕਸਰਸਾਈਜ਼ ਦੇ ਨਾਲ ਕੀਤੀ ਹੋਈ ਆ। ਸੋ ਇਹ ਡੈਫੀਨਿਟਲੀ ਰਿਵਰਸਿਬਲ ਆ। ਅਸੀਂ ਤੁਹਾਡੇ ਨੂੰ ਸੈਕੰਡ ਸ਼ੋਅ ਦੇ ਵਿੱਚ ਸਾਰੀਆਂ ਟਿਪਸ ਦੇਣੀਆਂ ਕਿ ਤੁਸੀਂ ਬੇਸਿਕਲੀ ਕੀ ਖਾਣਾ ਚਾਹੀਦਾ, ਤੁਹਾਨੂੰ ਕਿਹੜੇ ਐਕਸਰਸਾਈਜ਼ ਤੁਸੀਂ ਕਰ ਸਕਦੇ ਆ ਇਹ ਸਾਰਾ ਕੁਝ ਰਿਵਰਸ ਕਰਨ ਵਾਸਤੇ ਲਈ। ਹਾਂਜੀ, ਸੋ ਹੁਣ ਇੱਕ ਫਿਰ ਆਪਾਂ ਹੁਣ ਡਾਕਟਰ ਜੀ ਆਪਾਂ ਇਹ ਗੱਲ ਕਰ ਦਵਾਂਗੇ ਆ ਕਦੋਂ ਤੁਹਾਨੂੰ ਡਾਕਟਰ ਨੂੰ ਦੇਖਣ ਜਾਣਾ ਚਾਹੀਦਾ ਆ। ਯੂ ਨੋ ਜੇ ਤੁਹਾਨੂੰ ਕੋਈ ਇਸ਼ੂ ਹੈਗੀ ਆ ਤਾਂ ਆਪਾਂ ਹੈਲਥ ਚੈੱਕ ਦੀ ਵੀ ਗੱਲ ਕੀਤੀ ਸੀ, ਸਿੰਪਟਮ ਕੀ ਆ, ਤਾਂ ਇਹ ਰੈੱਡ ਫਲੈਗ ਕੀ ਹੈਗੇ, ਫਿਰ ਕਦੋਂ ਤੁਹਾਨੂੰ ਹਕੀਮ ਕੋਲ ਜਾਣਾ ਚਾਹੀਦਾ? ਸੋ ਬੇਸਿਕਲੀ 40 ਸਾਲ ਤੋਂ ਬਾਅਦ ਨਾ ਸਾਰਿਆਂ ਨੂੰ ਹੈਲਥ ਚੈੱਕ GP ਆਫਰ ਕਰਦੇ ਆ ਇੰਗਲੈਂਡ ਦੇ ਵਿੱਚ। ਤੁਸੀਂ once a year ਜਾ ਸਕਦੇ ਆ ਬਲੱਡ ਟੈਸਟ ਕਰਾਉਣ ਲਈ। ਤਾਂ ਉਹ ਆਟੋਮੈਟਿਕ ਭੇਜਦੇ ਕਿ ਤੁਹਾਨੂੰ ਪੁੱਛਣਾ ਪੈਂਦਾ? ਨਹੀਂ, ਆਈ ਮੀਨ ਮੇਰੀ ਜਿਹੜੀ ਪ੍ਰੈਕਟਿਸ ਆ ਅਸੀਂ ਆਟੋਮੈਟਿਕਲੀ ਭੇਜਦੇ ਆ, ਹੈਲਥ ਚੈੱਕ ਉਹਨੂੰ ਕੋਲ ਕਰਦੇ ਆ। ਪਰ ਕਈ ਜਿਹੜੇ ਪ੍ਰੈਕਟਿਸਿਸ ਸ਼ਾਇਦ ਨਾ ਕਰੇ, ਫਿਰ ਤੁਸੀਂ ਆਪੂ ਫੋਨ ਕਰਕੇ ਅਪੁਆਇੰਟਮੈਂਟ ਬਣਾ ਸਕਦੇ ਆ। ਅਰਜੈਂਟ ਅਪੁਆਇੰਟਮੈਂਟ ਤਾਂ ਨਹੀਂ ਹੈਗਾ, ਜੇ ਤੁਹਾਨੂੰ 1-2 ਹਫ਼ਤੇ ਵੇਟ ਵੀ ਕਰਨੀ ਪੈਣੀ ਆ, ਇਟਸ ਨੋਟ ਅ ਬਿਗ ਡੀਲ ਬਿਕਾਜ਼ ਇਟਸ ਨੋਟ ਅਰਜੈਂਟ। ਤਾਂ ਇਹਨੂੰ
ਜਿਹਨੂੰ ਅਸੀਂ ਕਹਿੰਦੇ ਆ ਓਵਰ 40s ਹੈਲਥ ਚੈੱਕ ਹਾਂਜੀ ਸੋ ਉਹਦੇ ਵਿੱਚ ਤੁਸੀਂ ਬਲੱਡ ਟੈਸਟ ਕਰਵਾਉਂਦੇ ਆ ਕੋਲੇਸਟ੍ਰੋਲ ਡਾਇਬੀਟੀਜ਼ ਕਿਡਨੀਜ਼ ਲਿਵਰ ਦਾ ਚੈੱਕ ਕਰਦੇ ਆ ਥੋੜਾ ਇਮਿਊਨ ਸਿਸਟਮ ਚੈੱਕ ਕਰਦੇ ਆ ਨਾਲੋਂ ਨਾਲ ਬਲੱਡ ਪ੍ਰੈਸ਼ਰ ਵੀ ਚੈੱਕ ਕਰਦੇ ਆ ਸੋ ਉਹਦੇ ਵਿੱਚ ਜਿੰਦਾ ਤੁਸੀਂ ਉਹ ਚੈੱਕ ਜਿੰਨਾ ਕਰਾ ਸਕਦੇ ਆ ਸੋ ਪਲੀਜ਼ ਬੁੱਕ ਦੈਟ ਅਪਾਇੰਟਮੈਂਟ ਆਪਣੇ ਜੀਪੀ ਨੂੰ ਜ਼ਰੂਰ ਜਾ ਕੇ ਮਿਲਿਓ ਇਹਦੇ ਵਾਸਤੇ ਤੁਹਾਨੂੰ ਨਾਲੇ ਸੰਗਤ ਜੀ ਅਪਾਇੰਟਮੈਂਟ ਆ ਰਹੀ ਹੈਗੀ ਆ ਤਾਂ ਤੁਸੀਂ ਪਲੀਜ਼ ਉਹ ਅਪਾਇੰਟਮੈਂਟ ਦੇ ਜਾਓ ਹਨਾ ਵੀ ਇਹ ਨਹੀਂ ਵੀ ਤੁਸੀਂ ਜਾਣਾ ਨਹੀਂ ਜਾਂ ਮਿਸ ਕਰ ਲੈਣੀ ਇਹ ਵੀ ਨਹੀਂ ਤੁਹਾਡੇ ਲਈ ਠੀਕ ਹੈ ਨਾ ਹਾਂਜੀ ਤੇ ਦੂਜਾ ਵਾ ਕਿ ਸਿੰਪਟਮਸ ਕਿਹੜੇ ਆ ਡਾਇਬੀਟੀਜ਼ ਦੇ ਸੋ ਮੇਨ 3 ਸਿੰਪਟਮਸ ਹੁੰਦੇ ਆ ਇਹ ਆ ਕਿ ਤੁਹਾਡੇ ਨੂੰ ਪਿਆਸ ਬਹੁਤ ਲੱਗਦੀ ਆ ਤੁਸੀਂ ਜਿੰਨਾ ਬਾਰ-ਬਾਰ ਤੁਹਾਨੂੰ ਪਾਣੀ ਦੀ ਲੋੜ ਪੈਂਦੀ ਆ ਜਾਂ ਡਰਿੰਕ ਦੀ ਤੁਸੀਂ ਬਾਰ-ਬਾਰ ਤੁਹਾਨੂੰ ਥਿਆ ਬਹੁਤ ਲੱਗੀ ਜਾਂਦੀ ਆ ਦੂਜਾ ਸਿੰਪਟਮ ਇਹ ਆ ਕਿ ਤੁਸੀਂ ਪਿਸ਼ਾਬ ਕਰੀ ਜਾਂਦੇ ਆ ਤੁਹਾਨੂੰ ਹਮੇਸ਼ਾ ਟਾਇਲਟ ਜਾਣਾ ਪੈਂਦਾ ਵਾ ਤੇ ਤੀਜੀ ਗੱਲ ਹੈ ਕਿ ਥੋੜਾ ਪਾਰ ਕੱਟੀ ਜਾਂਦਾ ਵਾ ਪਾਰ ਕੱਟੀ ਜਾਂਦਾ ਵਾ ਕਿਉਂਕਿ ਸ਼ੂਗਰ ਜਦੋਂ ਇੰਨੀ ਸ਼ੂਗਰ ਹੁੰਦੀ ਆ ਬੋਡੀ ਦੇ ਵਿੱਚ ਕਦੀ ਤੁਸੀਂ ਨਾ ਉਸ ਸ਼ੂਗਰ ਨੂੰ ਤੁਸੀਂ ਪਿਸ਼ਾਬ ਦੇ ਵਿੱਚ ਲੈ ਕੇ ਜਾਂਦੇ ਆ ਅੱਛਾ ਉਹ ਪਾਸ ਆਊਟ ਹੋ ਜਾਂਦੀ ਯੂਰਿਨ ਦੇ ਵਿੱਚ ਨਰੇ ਆਈ ਮੀਨ ਆਬਵੀਅਸਲੀ weight loss ਹੁੰਦੀ ਆ ਪਰ ਕਈ ਲੋਕਾਂ ਦੇ weight gain ਵੀ ਹੁੰਦੀ ਆ ਹਨਾ ਜਿੰਨਾ ਅਸੀਂ ਗੱਲ ਕਰਦੇ ਸੀਗੇ ਕਿ ਕਈ ਲੋਕਾਂ ਦਾ ਕਿ ਉਹ ਜਦੋਂ ਖਾਈ ਜਾਂਦੇ ਆ ਸ਼ੂਗਰ ਨੂੰ ਫਿਰ ਫੈਟ ਬਣੀ ਜਾਂਦੇ ਆ ਸੋ weight loss and weight gain ਦੋਨੋਂ ਕੋਜ਼ ਕਰ ਸਕਦੇ ਆ ਸੋ ਨਾਲੇ ਪਤਾ ਹੈ ਸੰਗ ਵੀ ਡਿਫਰੈਂਟ ਹੁੰਦੇ ਫਿਰ ਸੇ ਦੋ ਇਹ ਚੀਜ਼ਾਂ weight ਭਾਰ ਵੱਧ ਸਕਦਾ ਭਾਰ ਘੱਟ ਸਕਦਾ ਥਿਆ ਲੱਗੂਗੀ ਤਾਂ ਪਿਸ਼ਾਬ ਜਿੱਦਾਂ ਜ਼ਿਆਦਾ ਜਾਣਾ ਤੇ ਇਹ ਹੁਣ ਸੰਗਤ ਜੀ ਤੁਹਾਨੂੰ ਆਪਣੇ ਸਰੀਰ ਦਾ ਪਤਾ ਹੈਗਾ ਜੇ ਤੁਸੀਂ ਇਹ ਨੋਟਿਸ ਕਰੋਗੇ ਵੀ ਮੈਨੂੰ ਇਹ ਚੀਜ਼ਾਂ ਹੋ ਰਹੀਆਂ ਤਾਂ ਤੁਸੀਂ ਡਾਕਟਰ ਜੀ ਨੂੰ ਜਾ ਕੇ ਮਿਲੋ ਠੀਕ ਹੈ ਐਂਡ ਆਬਵੀਅਸਲੀ ਇਹ ਵੀ ਰਿਮੈਂਬਰ ਕਰਨਾ ਚਾਹੀਦਾ ਕਿ weight loss ਦੇ ਕੋਈ ਹੋਰ ਵੀ ਕਾਰਨ ਹੋ ਸਕਦੇ ਜਿਵੇਂ ਅਸੀਂ ਪਹਿਲਾਂ ਵੀ ਪ੍ਰੋਗਰਾਮਸ ਗੱਲ ਕੀਤੀ ਆ ਲਾਈਕ ਕੈਂਸਰ ਸਰਟਨ ਕੈਂਸਰਸ ਕੈਨ ਕਾਜ਼ weight loss even tiredness so ਪਲੀਜ਼ ਜੇ ਇਹ ਸਿੰਪਟਮ ਤੁਹਾਡੇ ਕੋਲ ਹੈਗੀ ਆ ਸਿਰਫ ਡਾਇਬੀਟੀਜ਼ ਨਹੀਂ ਕਾਰਨ ਹੋ ਸਕਦਾ ਤੁਸੀਂ ਪਲੀਜ਼ ਅਰਜੈਂਟਲੀ ਆਪਣੇ ਜੀਪੀ ਨੂੰ ਜਾ ਕੇ ਮਿਲੋ ਤਾਂ ਹੁਣ ਆਪਾਂ ਜੇ ਤੁਸੀਂ ਆ ਰੈੱਡ ਫਲੈਗ ਨੂੰ ਤੁਸੀਂ ਕਹਿ ਰਹੇ ਸੀਗੇ ਰੈੱਡ ਫਲੈਗ ਕੀ ਹੁੰਦੇ ਰੈੱਡ ਫਲੈਗ ਹੁੰਦੇ ਜਿੰਨਾ ਅਸੀਂ ਹੁਣ ਗੱਲ ਕੀਤੀ ਸੀ ਜਿੰਨਾ weight loss ਜੇ ਹੁੰਦੀ ਆ ਤੇ ਉਹ ਕੈਂਸਰ ਦਾ ਇੱਕ ਸਿੰਪਟਮ ਹੋ ਸਕਦਾ ਵਾ ਪਰ ਆਈ ਥਿੰਕ ਇੱਕ ਹੋਰ ਜਿੰਨਾ ਤੁਸੀਂ ਪ੍ਰੀਵੀਅਸਲੀ ਗੱਲ ਕੀਤੀ ਸੀ ਭੈਣ ਜੀ ਕਿ ਜਿੰਨਾ ਅਸੀਂ ਜੀਪੀਜ਼ ਕਿਉਂ ਇੰਨਾ ਮੱਥਾ ਮਾਰਦੇ ਆ ਡਾਇਬੀਟੀਜ਼ ਬਾਰੇ ਸੋ ਮੈਂ ਹੁਣ ਐਕਚੁਅਲੀ ਇੱਕ ਸਲਾਈਡ ਹੁਣ ਦਿਖਾਉਣਾ ਚਾਹੁੰਦੀ ਆ ਸੰਗਤ ਨੂੰ ਤੇ ਇਹ ਸਲਾਈਡ ਹੈਗਾ ਵਾ ਕੰਪਲਿਕੇਸ਼ਨ ਮੇਜਰ ਡਾਇਬੀਟੀਜ਼ ਕੰਪਲਿਕੇਸ਼ਨ ਕਿ ਡਾਇਬੀਟੀਜ਼ ਤੁਹਾਨੂੰ ਕੀ ਕਰ ਸਕਦੀ ਆ ਓਕੇ ਤਾਂ ਇਹ ਹੁੰਦਾ ਜਦੋਂ ਤੁਹਾਨੂੰ ਹੋ ਗਈ ਇਹ ਬਿਮਾਰੀ ਤਾਂ ਫਿਰ ਉਹਦਾ ਜਿੱਦਾਂ ਅਸਰ ਕੀ ਹੋ ਸਕਦਾ ਵਗੈਰਾ ਹਾਂਜੀ ਐਗਜ਼ੈਕਟਲੀ ਸੋ ਇਸ ਸਲਾਈਡ ਤੇ ਤੁਸੀਂ ਪਹਿਲਾਂ ਅਸੀਂ ਦੇਖਦੇ ਹਾਂ ਕਿ ਤੁਹਾਡੇ ਅੱਖਾਂ ਨੂੰ ਪ੍ਰੋਬਲਮ ਦੇ ਸਕਦੀ ਹੈ ਇਹਦਾ ਨਾਂ ਹੈਗਾ ਰੈਟੀਨੋਪੈਥੀ ਫਿਰ ਦੂਜਾ ਹੈਗਾ ਵਾ ਨੈਫਰੋਪੈਥੀ ਮੀਨਿੰਗ ਕਿਡਨੀ ਦੇ ਪ੍ਰੋਬਲਮ ਤੀਜਾ ਹੈਗਾ ਵਾ ਕਿ ਤੁਹਾਡੇ ਜਿਹੜੇ ਬਲੱਡ ਵੈਸਲ ਹੈਗੇ ਆ ਲੱਤਾਂ ਦੇ ਵਿੱਚ ਉਹ ਜਿੰਨਾ ਬੰਦ ਹੋ ਜਾਂਦੀਆਂ ਵਾ ਉਹ ਜਿਹੜਾ ਸੋਜ ਪਰ ਜਿੰਨਾ ਬਲੱਡ ਵੈਸਲ ਐਕਚੁਅਲੀ ਕਲੋਜ਼ ਹੋ ਜਾਂਦੇ ਆ ਬਲੱਡ ਫਿਰ ਉੱਥੇ ਜਾਂਦਾ ਨਹੀਂ ਆ ਪੈਰਾਂ ਨੂੰ ਸੋ ਉਹ ਹੈਗਾ peripheral vascular disease ਚੌਥਾ ਹੈਗਾ ਵਾ ਕਿ ਨਿਊਰੋਪੈਥੀ ਕਿ ਮੀਨਿੰਗ ਤੁਹਾਡੇ ਜਿਹੜੇ ਹੱਥ ਪੈਰ ਨਮ ਹੋ ਜਾਂਦੇ ਆ then the other things are ਜਿੰਦਾ ਤੁਹਾਡੇ ਨੂੰ ਸਟ੍ਰੋਕ ਹੋ ਸਕਦਾ ਵਾ ਹਾਰਟ ਡਿਜ਼ੀਜ਼ ਵੀ ਹੋ ਸਕਦਾ ਵਾ ਸੋ ਅਸੀਂ ਹੁਣ ਜਿੰਦਾ ਇਹਦੇ ਬਾਰੇ ਮੈਂ ਹੁਣ ਥੋੜਾ ਹੋਰ ਗੱਲ ਕਰੂੰਗੇ ਤਾਂ ਜਦੋਂ ਹੁਣ ਜਦੋਂ ਆਪਾਂ ਹੁਣ ਡਾਇਬੀਟੀਜ਼ ਹੈਗੀ ਆ ਤਾਂ ਉਹਦਾ ਬੰਦੇ ਨੂੰ ਡਾਇਬੀਟੀਜ਼ ਹੋ ਜੇ ਇੱਕ ਥੋੜੀ ਗੱਲ ਹੋ ਜਾਂਦੀ ਬਾਰ-ਬਾਰ ਹੋਰ ਬਿਮਾਰੀਆਂ ਵੀ ਹੋ ਸਕਦੀਆਂ ਇਹ ਤੁਸੀਂ ਕਹਿ ਰਹੇ ਹੋ ਹਾਂਜੀ ਸੋ ਜਿੰਨਾ ਹੁਣ ਅਸੀਂ ਕਹਿੰਦੇ ਨਹੀਂ ਸੀਗੇ ਕਿ ਜਿੰਦਾ ਡਾਇਬੀਟੀਜ਼ ਦੇ ਬਹੁਤ ਕੰਪਲਿਕੇਸ਼ਨਸ ਹੁੰਦੀਆਂ ਨਾਲੇ ਸੰਗਤ ਜੀ ਲਾਈਕ ਜੇ ਤੁਸੀਂ ਕੁਛ ਨਾ ਇੱਕ ਇਸ ਪ੍ਰੋਗਰਾਮ ਤੋਂ ਲੈ ਕੇ ਜਾਓਗੇ ਨਾ ਜਿਹੜੇ ਹੁਣ ਮੈਂ ਗੱਲਾਂ ਕਰਨ ਲੱਗੀ ਆ ਨਾ ਪਲੀਜ਼ ਇਹ ਗੌਰ ਨਾਲ ਸੁਣਿਓ ਓਕੇ ਨਾਲੇ ਮੈਂ ਤੁਹਾਨੂੰ ਸਟੋਰੀਜ਼ ਵੀ ਹੁਣ ਦੱਸਣ ਲੱਗੀ ਆ ਮੇਰੇ ਖੁਦ ਪੇਸ਼ੈਂਟਸ ਦੇ ਤੇ ਲਾਈਕ ਈਵਨ ਲਾਈਕ ਫਰੈਂਡਸ ਫੈਮਿਲੀ ਹੈ ਨਾ ਸੋ ਜਿਹੜਾ ਅੱਖਾਂ ਦਾ ਜਿਹੜਾ ਅਸਰ ਪੈਂਦਾ ਵਾ ਸੋ ਪਹਿਲੀ ਗੱਲ ਆ ਜਿਹੜਾ ਡਾਇਬੀਟੀਜ਼ ਜਦੋਂ ਬਲੱਡ ਸ਼ੂਗਰ ਇੰਨੀ ਵੱਧ ਜਾਂਦੀ ਆ ਨਾ ਇਹ ਤੁਹਾਡੇ ਨਜ਼ਰ ਨੂੰ ਬਹੁਤ ਹੀ ਅਫੈਕਟ ਕਰ ਸਕਦਾ ਵਾ ਇਨਫੈਕਟ ਲੀਡਿੰਗ ਕੋਜ਼ ਆਫ ਬਲਾਈਂਡਨੈਸ ਸਾਡੀ ਕੰਟਰੀ ਦੇ ਵਿੱਚ ਹੈਗਾ ਵਾ ਡਾਇਬੀਟੀਜ਼ ਰਿਲੇਟਡ ਅੱਛਾ ਫਿਰ ਤੁਹਾਡੀ ਨਿਗਾਹ ਚੱਲ ਜਾਊਗੀ ਹਾਂਜੀ ਸੋ ਮੈਂ ਤੁਹਾਨੂੰ ਇੱਕ ਸਟੋਰੀ ਦੱਸਦੀ ਆ ਇੱਕ ਜਿੰਦਾ ਆਂਟੀ ਜੀ ਸੀਗੇ ਤੇ ਉਹਨਾਂ ਨੂੰ ਡਾਇਬੀਟੀਜ਼ ਸੀਗੇ ਨਾਲੇ ਉਹ ਜਿੰਦਾ ਜਿਹੜਾ ਮਿੱਠਾ ਹੈਗਾ ਵਾ ਖਾਣ ਨੂੰ ਉਹ ਜਿੰਦਾ ਹਟਦੇ ਨਹੀਂ ਸੀਗੇ ਤੇ ਜਿੰਦਾ ਅਗੇਨ ਰੋਟੀਆਂ ਚੋਲਾਂ ਲੱਡੂਆਂ ਵਗੈਰਾ ਫਿਰ ਉਹਨਾਂ ਨੂੰ ਇੱਕ ਵਾਰੀ ਕਿਸ ਨੇ ਕਿਹਾ ਵੀ ਸੀਗਾ ਕਿ ਤੁਹਾਨੂੰ ਤਾਂ ਡਾਇਬੀਟੀਜ਼ ਆ ਤੁਹਾਨੂੰ ਥੋੜੇ ਇਫੈਕਟ ਨਹੀਂ ਸਪੈਸ਼ਲੀ ਜਿੰਦਾ ਨਜ਼ਰ ਤੇ ਜਾਂ ਕੁਝ ਤੁਹਾਨੂੰ ਫੀਲ ਨਹੀਂ ਹੁੰਦਾ ਉਹਨਾਂ ਦਾ ਇਹ ਐਗਜ਼ੈਕਟ ਜਵਾਬ ਸੀਗਾ ਕਿ ਲਾਈਫ ਇਜ਼ ਸ਼ੋਰਟ ਕਿ ਜ਼ਿੰਦਗੀ ਬਹੁਤ ਛੋਟੀ ਆ ਬਸ ਬੇਸਿਕਲੀ ਇੰਜੋਏ ਕਰੋ ਸੋ ਪਰ ਇਹ ਵੀ ਗੱਲ ਹੁਣ ਸੰਗਤ ਜੀ ਹਨਾ ਵੀ ਤੁਸੀਂ ਢੀਠ ਨਾ ਹੋਵੋ ਦੇਖੋ ਹੁਣ ਜਦੋਂ
ਲਾਈਫ ਹੈਗੀ ਆ ਸ਼ੋਰਟ ਹੈਗੀ ਆ ਜਾਂ ਜਿੰਨਾ ਵੀ ਆਪਾਂ ਜ਼ਿੰਦਗੀ ਇੱਥੇ ਕੱਟਣੀ ਆ ਸਾਹ ਭਰਨੇ ਹੈਗੇ ਆ ਪਰ ਉਹ ਵੀ ਜਿੱਦਾਂ ਸਹੀ ਹੋ ਕੇ ਤਾਂ ਦੁਖੀ ਤੋਂ ਰੁੱਖ ਕਰਕੇ ਜਾਣਾ ਜਾਂ ਤੁਹਾਡਾ ਜੇ ਤੁਸੀਂ ਬਿਮਾਰੀਆਂ ਹੋ ਗਏ ਉਹ ਦੁੱਖ ਵੀ ਪੈਂਦਾ ਹੈ ਨਾ ਤੇ ਇਹਦਾ ਮਤਲਬ ਇਹ ਵੀ ਆਪਣਾ ਇਸ ਸਰੀਰ ਨੂੰ ਆਪਣਾ ਖਿਆਲ ਰੱਖਣਾ ਫਿਰ ਤਾਂ ਹੀ ਆਪਣੇ ਪਾਠ ਪੂਜਾ ਕਰ ਸਕਦੇ ਜਾਂ ਆਪਣਾ ਦੇਖਭਾਲ ਆਪਣੇ ਆਪ ਕਰ ਸਕਦੇ ਹੋਗੇ ਹੈ ਨਾ Yeah, so ਉਹਨਾਂ ਦਾ ਇਹ ਸੀਗਾ ਕਿ ਲਾਈਫ ਬਹੁਤ ਸ਼ੋਰਟ ਆ ਮੈਂ ਚਲ ਠੀਕ ਆ ਜੇ ਮੈਂ ਇੱਦਾਂ ਖਾਈ ਜਾਂਦੀ ਆ ਉਹਨਾਂ ਦੀ ਨਜ਼ਰ ਚਲੀ ਗਈ ਵਾਹਿਗੁਰੂ ਉਹਨਾਂ ਦੀ ਨਜ਼ਰ ਹੁਣ ਬਿਲਕੁਲ ਚਲੀ ਗਈ ਆ ਉਹਨਾਂ ਦੇ ਜਿਹੜੇ ਨਿਆਣੇ ਹੈਗੇ ਉਹਨਾਂ ਦੇ ਜਿਹੜੇ ਪੋਤਾ ਪੋਤੀਆਂ ਜਦੋਂ ਉਹਨਾਂ ਦਾ ਜਨਮ ਹੋਇਆ ਸੀ ਉਹ ਵਿਚਾਰੇ ਉਹ ਦੇਖ ਨਹੀਂ ਸਕਦੇ ਉਹ ਆਪਣੇ ਗ੍ਰੈਂਡ ਚਿਲਡਰਨ ਆਪਣੇ ਜਿਹੜੇ ਪੋਤਾ ਪੋਤੀਆਂ ਆ ਉਹਨਾਂ ਨਾਲ ਖੇਡ ਨਹੀਂ ਸਕਦੇ ਪਰ ਦੇਖ ਨਹੀਂ ਸਕਦੇ ਨਾਲੇ ਜਿਹੜੀ ਨਜ਼ਰ ਆ ਨਾ ਉਹ ਬਹੁਤ ਵੱਡੀ ਚੀਜ਼ ਆ ਤੁਸੀਂ ਜ਼ਿੰਦਗੀ ਨੂੰ ਦੇਖ ਸਕਦੇ ਆ ਇਹ ਬਹੁਤ ਮਹਾਰਾਜ ਦੀ ਬਲੇਸਿੰਗਸ ਆ ਐਗਜ਼ੈਕਟਲੀ ਸੋ ਇਹ ਅੱਖਾਂ ਦਾ ਅਸਰ ਆ ਡਾਇਬੀਟੀਜ਼ ਦੀਆਂ ਦੂਜੀ ਅਸਰ ਇਹ ਹੈਗਾ ਵਾ ਜਿੱਦਾਂ ਕਿਡਨੀਜ਼ ਉੱਪਰ ਨਾਲੇ ਕਈ ਲੋਕੀ ਹੈਗੇ ਆ ਜਿਨ੍ਹਾਂ ਨੂੰ ਡਾਇਬੀਟੀਜ਼ ਹੈਗੀ ਆ ਤੇ ਕਿਡਨੀਜ਼ slowly ਡਿਕਲਾਈਨ ਹੋਈ ਜਾਂਦਾ ਆ ਤੇ ਉਹ ਡਾਇਲਿਸਿਸ ਮਸ਼ੀਨਸ ਦੇ ਉੱਪਰ ਹੁੰਦੇ ਆ ਨਾਲੇ ਐਵੀਡੈਂਸ ਜਿਹੜੇ ਅਸੀਂ ਰਿਸਰਚ ਕਰਦੇ ਆ ਬਹੁਤ ਕਲੀਅਰ ਐਵੀਡੈਂਸ ਦਿਖਾਉਂਦਾ ਵਾ ਕਿ ਜੇ ਤੁਹਾਡੇ ਕਿਡਨੀਜ਼ ਚਲੇ ਗਈਆਂ ਨਾ ਤੁਹਾਡਾ ਇਨਕਰੀਸਡ ਰਿਸਕ ਆਫ ਥਿੰਗਸ ਲਾਈਕ ਹਾਰਟ ਅਟੈਕਸ ਸੋ ਨਾਲੇ ਆਬਵੀਅਸਲੀ ਹਾਰਟ ਅਟੈਕਸ ਦਾ ਮੌਤ ਦਾ ਵੀ ਕਾਰਨ ਹੋ ਸਕਦੀ ਆ ਸੋ ਬੇਸਿਕਲੀ ਜਿਹੜੀ ਕਿਡਨੀਜ਼ ਵੀ ਆ ਲੋਕੀ ਡਾਇਲਿਸਿਸ ਮਸ਼ੀਨ ਕਈ ਮੇਰਾ ਇੱਕ ਪੇਸ਼ੈਂਟ ਆ ਉਹ ਡਾਇਲਿਸਿਸ ਉਹਨੂੰ ਹਫਤੇ ਦੇ ਵਿੱਚ 3 ਵਾਰੀ ਹਫਤੇ ਦੇ ਵਿੱਚ ਜਾਣਾ ਪੈਂਦਾ ਵਾ ਮੰਡੇ ਵੈਨਸਡੇ ਫਰਾਈਡੇ ਜੇ ਡਾਇਲਿਸਿਸ ਤੇ ਹੋਵੇ ਇਹ ਵੀ ਜਸਟ ਚੱਲ ਅੱਛਾ ਕਿਡਨੀ ਖਰਾਬ ਹੋ ਗਈ ਤਾਂ ਡਾਇਲਿਸਿਸ ਚੱਲ ਜੂਗੇ ਜਾਂ ਟ੍ਰਾਂਸਪਲਾਂਟ ਉਹਦਾ ਵੀ ਕਾਫੀ ਸਰੀਰ ਤੇ ਅਸਰ ਹੁੰਦਾ ਆ ਤਾਂ ਦਵਾਈਆਂ ਹਮੇਸ਼ਾ ਖਾਣੀਆਂ ਪੈਂਦੀਆਂ ਨਾਲੇ ਕਿੰਨੀ ਟਾਇਰਡਨੈਸ ਹੁੰਦੀ ਆ ਬੰਦਾ ਹੌਲੀਡੇ ਵੀ ਨਹੀਂ ਚੰਗੀ ਤਰ੍ਹਾਂ ਜਾ ਸਕਦਾ ਕਿਉਂਕਿ ਜੇ ਇੱਕ ਵੀ ਮਿਸ ਹੋਏ ਨਾ ਤੁਹਾਡੇ ਪੂਰਾ ਸਰੀਰ ਤੁਸੀਂ ਸੋਚੋ ਕਿ ਕਿਡਨੀਆਂ ਜੇ ਨਾ ਕੰਮ ਕਰੇ ਜਿਹੜਾ ਜਿੰਨਾ ਖਰਾਬਾਂ ਚੀਜ਼ਾਂ ਤੁਸੀਂ ਪਿਸ਼ਾਬ ਜਿੰਨਾ ਤੁਸੀਂ ਹੁਣ ਪਿਸ਼ਾਬ ਕਰਦੇ ਆ ਕਿਉਂਕਿ ਜਿਹੜੇ ਤੁਹਾਡੇ ਟੌਕਸਿਨਸ ਆ ਬੋਡੀ ਦੇ ਵਿੱਚ ਤੁਸੀਂ ਉਹਨਾਂ ਨੂੰ ਰਿਲੀਜ਼ ਕਰਦੇ ਆ ਜੇ ਤੁਹਾਡਾ ਡਾਇਲਿਸਿਸ ਮਸ਼ੀਨ ਫਿਰ ਉਹ ਕਿਡਨੀ ਦਾ ਫੰਕਸ਼ਨ ਕਰਦਾ ਜੇ ਉਹ ਨਹੀਂ ਕਰ ਸਕਦਾ ਇਹਦਾ ਮਤਲਬ ਜਿਹੜੀਆਂ ਟੌਕਸਿਨਸ ਆ ਬੋਡੀ ਦੇ ਵਿੱਚ ਰਹਿ ਜਾਂਦੀਆਂ ਵਾ ਫਿਰ ਦੂਜੀ ਗੱਲ ਇਹ ਹੈਗੀ ਆ ਕਿ ਜਿਹੜੇ ਬੰਦਿਆਂ ਦਾ ਥੱਲੇ ਦਾ ਪਾਸਾ ਜਿਹੜਾ ਬੱਚਾ ਬਣਾਉਣ ਵਾਲਾ ਹੈਗਾ ਵਾ ਉਹ ਕੰਮ ਕਰਨ ਨੂੰ ਵੀ ਹਟ ਸਕਦਾ ਵਾ ਡਾਇਬੀਟੀਜ਼ ਦੇ ਕਾਰਨ ਤੇ ਐਕਚੁਅਲੀ ਮੇਰੇ ਮੇਲ ਪੇਸ਼ੈਂਟਸ ਹੈਗੇ ਆ ਜਿਨ੍ਹਾਂ ਨੂੰ ਇਹਨੂੰ ਕੋਲ ਕਰਦੇ ਇਰੈਕਟਾਈਲ ਡਿਸਫੰਕਸ਼ਨ ਜਿਨ੍ਹਾਂ ਨੂੰ ਇਹ ਪ੍ਰੋਬਲਮ ਹੈਗੀ ਆ ਨਾਲੇ ਉਹ ਹੈਗੀ ਆ ਡਾਇਬੀਟੀਜ਼ ਦੇ ਕਾਰਨ ਉਹ ਮੇ ਵੀ ਬੱਚਾ ਨਹੀਂ ਬਣਾ ਸਕਦੇ ਜਾਂ ਫੋਰ ਐਗਜ਼ਾਮਪਲ ਉਹ ਈਵਨ ਥੋੜੇ 올ਡਰ ਆ ਉਹ ਚਾਹੁੰਦੇ ਆ ਕਿ ਹਸਬੈਂਡ ਵਾਈਫ ਇਕੱਠੇ ਹੋਏ ਪਰ ਉਹ ਨਹੀਂ ਇਕੱਠੇ ਹੋ ਸਕਦੇ ਕਿਉਂਕਿ ਉਹਨਾਂ ਦੀ ਡਾਇਬੀਟੀਜ਼ ਇਹ ਪ੍ਰੋਬਲਮ ਕੋਜ਼ ਕਰੀ ਜਾਂਦੀ ਆ ਸੋ ਅਦਰ ਪ੍ਰੋਬਲਮ ਇਹ ਹੈਗੀ ਆ ਕਿ ਜਦੋਂ ਅਸੀਂ ਹੁਣ ਗੱਲ ਕੀਤੀ ਸੀਗੀ ਲੱਤਾਂ ਦੇ ਐਂਪੂਟੇਸ਼ਨਸ ਬਾਰੇ ਸੋ ਮੈਂ ਜਦੋਂ ਡਾਕਟਰ ਸੀਗੀ ਮੇਰੇ ਪਹਿਲਾਂ ਸਾਲ ਦੇ ਵਿੱਚ ਮੈਂ ਬ੍ਰਾਈਟਨ 'ਚ ਕੰਮ ਕੀਤਾ ਸੀਗਾ ਤੇ ਅਸੀਂ ਜਿੰਦਾ ਮੈਂ ਵੈਸਕੂਲਰ ਸਰਜਰੀ ਕਰਦੇ ਸੀ ਇਹਦਾ ਮਤਲਬ ਇਹ ਹੈਗਾ ਵਾ ਜਿਹੜੇ ਜਿੰਨਾ ਪੈਰ ਹੈਗੇ ਆ ਲੱਤ ਹੈਗੇ ਆ ਬਾਹਾਂ ਹੈਗੀਆਂ ਅਸੀਂ ਕੱਟਦੇ ਸੀਗੇ ਅਸੀਂ ਲੋਕਾਂ ਦੇ ਕੱਟਦੇ ਸੀਗੇ ਨਾਲੇ ਮੇਨ ਕੋਜ਼ ਉਹਦਾ ਇਹ ਸੀਗਾ ਕਿ ਡਾਇਬੀਟੀਜ਼ ਜਦੋਂ ਹੁੰਦਾ ਵਾ ਨਾ ਜਿਹੜੇ ਤੁਹਾਡੇ ਬਲੱਡ ਵੈਸਲ ਹੈਗੇ ਆ ਤੁਹਾਡੇ ਨਾੜੀਆਂ ਉਹ ਬੇਸਿਕਲੀ ਬਲੌਕ ਹੋ ਜਾਂਦੀਆਂ ਵਾ ਉਹ ਇੰਨੀਆਂ ਚੰਗੀਆਂ ਨਹੀਂ ਚੱਲਦੀਆਂ ਇਹਦਾ ਮਤਲਬ ਇਹ ਹੈਗਾ ਵਾ ਕਿ ਖੂਨ ਚੰਗੀ ਤਰ੍ਹਾਂ ਤੁਹਾਡੇ ਪੈਰਾਂ ਤੇ ਨਹੀਂ ਜਾ ਸਕਦਾ ਤੁਹਾਡੇ ਹੱਥਾਂ ਤੇ ਤੁਹਾਡੇ ਬਾਹਾਂ ਤੇ ਮੈਂ ਤੁਹਾਨੂੰ ਇੱਕ ਸਟੋਰੀ ਦੱਸਦੀ ਹਾਂ ਇੱਕ ਮੇਰੀ ਪੇਸ਼ੈਂਟ ਸੀ 40 ਸਾਲ ਸਿਰਫ 40 ਸਾਲ ਦੀ ਸੀ ਹਾਂਜੀ ਸ਼ੀ ਕਾਫੀ ਯੰਗ ਵਾ 40s ਕੁਆਇਟ ਯੰਗ ਤੇ ਉਹਨੂੰ ਜਿੰਨਾ ਡਾਇਬੀਟੀਜ਼ ਸੀਗੀ ਤੇ ਉਹਦੇ ਇੰਨੇ ਬੁਰੀ ਤਰ੍ਹਾਂ ਉਹਦੇ ਬਲੱਡ ਵੈਸਲ ਕੰਮ ਨਹੀਂ ਕਰਦੇ ਸੀਗੇ ਪੈਰਾਂ ਦੇ ਕਿ ਸਵੇਰ ਨੂੰ ਉਹਨੂੰ ਜਿੰਦਾ ਅਸੀਂ ਸਰਜਰੀ 'ਚ ਲੈ ਕੇ ਗਏ ਸ਼ਾਮ ਨੂੰ ਜਦੋਂ ਉੱਠੀ ਉਹਦੇ ਦੋਨੋਂ ਲੱਤਾਂ ਚਲੇ ਗਈਆਂ ਵਾਹਿਗੁਰੂ ਤਾਂ ਹੁਣ ਕਈਆਂ ਨੂੰ ਆਪਾਂ ਸੁਣਿਆ ਸੰਗਤ ਜੀ ਜਿਹੜਾ ਘਰ ਤੋਂ ਜਿੱਦਾਂ ਪਹਿਲਾਂ ਗੁੱਠੇ ਤੋਂ ਸ਼ੁਰੂ ਹੁੰਦਾ ਹੈ ਜਾਂ ਵੱਡਾ ਗੁੱਠਾ ਕੱਟ ਹੋ ਗਿਆ ਤਾਂ ਫਿਰ ਗਾਂ ਤੁਹਾਡੀ ਉਹ ਜਦੋਂ ਬਿਮਾਰੀ ਵਧੀ ਜਾਂਦੀ ਜਦੋਂ ਆਪਦਾ ਖਿਆਲ ਨਹੀਂ ਰੱਖਣਾ ਤਾਂ ਫਿਰ ਕਰਕੇ ਕਾਫੀ ਅਗਰੈਸਿਵ ਬਿਮਾਰੀ ਹੈਗੀ ਆ ਤਾਂ ਫਿਰ ਜਿੱਦਾਂ ਗੋਡੇ ਤੱਕ ਲੱਤ ਕੱਟ ਹੋ ਗਈ ਤਾਂ ਉਹ ਵੀ ਤੁਸੀਂ ਸੋਚੋ ਵੀ ਤੁਹਾਨੂੰ ਬਾਹਰ ਅੰਦਰ ਜਾਣ ਵਾਸਤੇ ਔਖਾ ਹੋ ਜਾਂਦਾ ਤਾਂ ਹੋਰ ਕਿਸੇ ਤੇ ਜਿੱਦਾਂ ਤੁਹਾਨੂੰ ਕੋਈ ਲੈ ਕੇ ਜਾਊਗਾ ਤਾਂ ਹੀ ਆ ਹੈ ਨਾ ਫਿਰ ਇਹ ਵੀ ਜਿੱਦਾਂ ਖਿਆਲ ਰੱਖਣਾ ਚਾਹੀਦਾ ਇੱਕ ਦੂਜੇ ਤੋਂ ਹੈ ਨਾ ਹਾਂਜੀ ਅਤੇ ਦੂਜੀ ਗੱਲ ਇਹ ਆ ਕਿ ਜਿੰਦਾ ਜਦੋਂ ਅਸੀਂ ਤੁਰਦੇ ਹਾਂ ਪੈਰਾਂ ਦੀ ਜਿਹੜੀ ਮਹਿਸੂਸ ਹੁੰਦੀ ਆ
ਉਹ ਘੱਟ ਹੋਈ ਜਾਂਦੀ ਆ ਉਹਨੂੰ ਕੋਲ ਕਰਦੇ ਆ ਲਾਈਕ ਨਿਊਰੋਪੈਥੀ ਇਹਦਾ ਮਤਲਬ ਹੈਗਾ ਵਾ ਕਿ ਤੁਹਾਡੇ ਜਿੰਦਾ ਫੀਲ ਹੁੰਦੇ ਆ ਕਿ ਤੁਹਾਡੇ ਜਿਹੜੇ ਹੱਥ ਪੈਰ ਸੋਜ ਹੋਈ ਜਾਂਦੀ ਆ ਉਹ ਜਦੋਂ ਪਿੰਸ ਐਂਡ ਨੀਡਲਸ ਪਿੰਸ ਐਂਡ ਨੀਡਲਸ ਜਿਹੜੇ ਕਈ ਡਾਇਬੀਟੀਜ਼ ਨੂੰ ਇੰਨੀ ਇਹ ਬਿਮਾਰੀ ਜ਼ਿਆਦਾ ਵਾ ਕਿ ਜਿੰਨਾ ਲੈਟਸ ਜਸਟ ਸੇ ਉਹ ਬਾਹਰ ਤੁਰਦੇ ਆ ਤੇ ਉਹਨਾਂ ਦੇ ਜਿੰਦਾ ਪੈਰ ਦੇ ਵਿੱਚ ਕੋਈ ਕੱਟ ਪਿਆ ਵਾ ਉਹਨਾਂ ਨੂੰ ਫੀਲ ਵੀ ਨਹੀਂ ਹੁੰਦਾ ਕਿ ਉਹਨਾਂ ਦੇ ਪੈਰ ਦੇ ਵਿੱਚ ਕੱਟ ਇੰਨਾ ਵੱਡਾ ਪਿਆ ਵਾ ਫਿਰ ਉਹਨਾਂ ਨੂੰ ਇਨਫੈਕਸ਼ਨ ਜ਼ਿਆਦਾ ਵੱਧ ਦਿੰਦੀ ਆ ਅਲਸਰਸ ਹੋ ਜਾਂਦੇ ਆ ਪੈਰਾਂ ਦੇ ਵਿੱਚ ਜਾਂ ਲੱਤਾਂ ਦੇ ਵਿੱਚ ਸੋ ਇਹ ਜਿਹੜੇ ਕੰਪਲਿਕੇਸ਼ਨਸ ਹੈਗੇ ਆ ਕਾਫੀ ਸੀਰੀਅਸ ਕੰਪਲਿਕੇਸ਼ਨਸ ਆ ਜਿਹੜੇ ਜਿੰਨਾ ਤੁਸੀਂ ਹੁਣ ਕਹਿੰਦੇ ਸੀਗੇ ਅਸੀਂ ਜਿੰਨਾ ਲੱਤ ਵੀ ਕੱਟਦੇ ਆ ਐਕਚੁਅਲੀ ਇਸ UK ਦੇ ਵਿੱਚ 130 ਆਪਰੇਸ਼ਨਸ ਐਂਪੂਟੇਸ਼ਨਸ ਜਿੰਨਾ ਲੱਤਾਂ ਕੱਟਦੇ ਆ ਗੁੱਠੇ ਕੱਟਦੇ ਆ ਇੱਕ ਹਫ਼ਤੇ ਦੇ ਹੁੰਦੀਆਂ ਵਾ ਉਹ ਵੀ ਡਾਇਬੀਟੀਜ਼ ਦੇ ਕਾਰਨ ਤੁਸੀਂ ਇਮੇਜਿਨ ਕਰ ਸਕਦੇ ਆ ਆਈ ਮੀਨ ਇੰਨੇ ਲੋਕੀ ਅਫੈਕਟ ਹੁੰਦੇ ਆ ਜਿਹੜੇ ਜਿੰਨਾ ਮੈਨੂੰ ਹਮੇਸ਼ਾ ਸੰਗਤ ਕਹਿੰਦੇ ਆ ਕਿ ਪੁੱਤ ਮੈਂ ਡਾਇਬੈਟਿਕ ਆ ਪਰ ਮੈਂ ਜਦੋਂ ਦਵਾਈ ਲੈਂਦੀ ਆ ਜਾਂ ਲੈਂਦਾ ਆ ਹੁਣ ਠੀਕ ਆ ਪਰ ਐਕਚੁਅਲੀ ਤੁਸੀਂ ਬਿਲੀਵ ਨਹੀਂ ਕਰੋਗੇ ਕਿ ਇਹ ਤੁਹਾਡੇ ਸਰੀਰ 'ਚ ਤੁਸੀਂ ਦੇਖ ਨਹੀਂ ਸਕਦੇ ਪਰ ਇਹ ਆਹਿਸਤਾ ਬਹੁਤ ਕੁਛ ਕਰਦਾ ਵਾ ਤੁਹਾਡੇ ਸਰੀਰ ਨੂੰ ਕਿਉਂਕਿ ਉਹ ਦਵਾਈਆਂ ਦਾ ਵੀ ਅਸਰ ਹੁੰਦਾ ਆ ਇਹ ਦਵਾਈਆਂ ਤੇ ਅਸਰ ਹੁੰਦਾ ਨੇ ਅਸੀਂ ਅਗਲੇ ਸ਼ੋਅ ਦੇ ਵਿੱਚ ਵੀ ਗੱਲ ਕਰਨੀ ਆ ਪਰ ਦਵਾਈ ਖਾਣੀ ਤੁਹਾਡੀ ਜਿਹੜੀ ਹੈਗੀ ਟਾਈਮ ਦੇ ਨਾਲ ਤੁਸੀਂ ਖਾਣੀ ਹੈ ਇਹ ਨਹੀਂ ਵੀ ਦਵਾਈ ਖਾਣੀ ਨਹੀਂ ਤੁਸੀਂ ਆਪਣੇ ਰੈਗੂਲਰ ਚੈੱਕਅਪ ਤੁਸੀਂ ਜਾਵੋ ਤਾਂ ਆ ਜਿਹੜੀਆਂ ਬਾਕੀ ਦੀਆਂ ਚੀਜ਼ਾਂ ਜਿੱਦਾਂ ਤੁਸੀਂ ਰੈਗੂਲਰ ਜਿੱਦਾਂ ਹੁਣ ਆਈ ਅਪਾਇੰਟਮੈਂਟ ਵੈਰੀ ਇੰਪੋਰਟੈਂਟ ਹੈ ਕਰਕੇ ਅੱਖਾਂ 'ਚ ਪਹਿਲਾਂ ਦਿਸ ਪੈਂਦਾ ਆ ਪਰ ਆਪਾਂ ਉਹਦੀ ਗੱਲ ਵੀ ਖਾਸ ਕਰੂੰਗੇ ਤਾਂ ਜਦੋਂ ਤੁਸੀਂ ਡਾਕਟਰ ਨੂੰ ਜਾਣਾ ਆ 40 ਸਾਲ ਓਵਰ 40 ਹੈਲਥ ਚੈੱਕ ਜ਼ਰੂਰ ਕਰਾਉਣਾ ਆ ਅਪਾਇੰਟਮੈਂਟ ਮਿਸ ਨਹੀਂ ਕਰਨੀ ਆ ਤਾਂ ਜੇ ਤੁਸੀਂ ਉਹਦੇ ਆਪਣੇ ਆਪ 'ਚ ਵਿੱਚ ਫੀਲ ਕਰਦੇ ਜਿੱਦਾਂ ਹੁਣ ਪ੍ਰਦੀਪ ਭੈਣ ਜੀ ਨੇ ਗੱਲ ਕੀਤੀ ਸੀਗੀ ਵੀ ਪਿਸ਼ਾਬ ਜ਼ਿਆਦਾ ਆਉਣ ਲੱਗ ਪਵੇ ਭਾਰ ਤੁਹਾਡਾ ਵੱਧ ਜਾਵੇ ਜਾਂ ਘੱਟ ਜਾਵੇ ਜਾਂ ਤੁਹਾਨੂੰ ਜ਼ਿਆਦਾ ਥਿਆ ਲੱਗਣ ਲੱਗ ਪਵੇ ਫਿਰ ਉਹਦੇ ਨਾਲ ਤੁਸੀਂ ਆਪ ਦੇ ਸਰੀਰ ਤੇ ਤੁਸੀਂ ਜਾਣਦੇ ਆ ਨਾ ਤਾਂ ਉਹਦੀ ਗੱਲ ਦੇ ਨਾਲ ਤੁਸੀਂ ਵੀ ਹਨਾ ਤੁਸੀਂ ਟਾਈਮ ਦੇ ਨਾਲ ਡਾਕਟਰ ਨੂੰ ਜਾ ਕੇ ਮਿਲੋ ਹੋਪ ਕੀਤਾ ਵੇ ਤੁਸੀਂ ਪ੍ਰੋਗਰਾਮ ਨੂੰ ਇੰਜੋਏ ਕੀਤਾ ਡਾਕਟਰ ਪ੍ਰਦੀਪ ਜੀ ਨੇ ਸਾਨੂੰ ਇੰਨਾ ਕੁਝ ਸਾਨੂੰ ਅੱਜ ਦੱਸਿਆ ਸੰਗਤ ਜੀ ਤਾਂ ਜੇ ਕੋਈ ਭੁੱਲ ਚੁੱਕ ਸਾਨੂੰ ਮਾਫ ਕਰਨਾ ਪਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ